ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਕੁਛ ਕਾਲਸ ਦੀ ਡਿਸਟਰਬੈਂਸ ਸੀਗੀ। ਸ਼ਿਵਿੰਦਰ ਜੀ ਮੇਰੇ ਨਾਲ ਹੁਣ ਜੁੜ ਗਏ ਨੇ। ਇਹਨਾਂ ਦੇ ਨਾਲ ਵੀ ਤੁਸੀਂ ਆਪਣੀਆਂ ਮਨ ਦੀਆਂ ਜਿਹੜੀਆਂ ਗੱਲਾਂ ਨੇ, ਕਿਉਂਕਿ ਬੜੀਆਂ ਸ਼ੰਕਾਵਾਂ ਨੇ, ਦੋ ਖਬਰਾਂ ਘੱਟ ਹੋ ਜਾਣਗੀਆਂ ਅਤੇ ਆਪਾਂ ਕਾਲਸ ਜ਼ਰੂਰ ਲਵਾਂ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਦਾਨਾਲੀਆ ਸਾਹਿਬ, ਮਿਹਰਬਾਨੀ ਜੀ। ਕੀ ਹਾਲ ਹੈ ਤੁਹਾਡਾ? ਬਸ ਠੀਕ ਹੈ ਜੀ। ਸ਼ਿਵਿੰਦਰ ਜੀ ਸ਼ਾਇਦ ਤੁਹਾਨੂੰ ਫੀਲਡ 'ਚੋਂ ਤੁਸੀਂ ਜਾਂ ਕਿਵੇਂ ਹੋ ਮੈਨੂੰ ਨਹੀਂ ਪਤਾ ਇਸ ਵਕਤ, ਪਰ ਇਜ਼ਰਾਈਲ ਦੀ ਅੰਬੈਸੀ ਦੇ ਅੱਗੇ ਲੋ ਵੈਲੋਸਿਟੀ ਧਮਾਕਾ ਹੋਇਆ। ਲੋ ਵੈਲੋਸਿਟੀ ਕਿਉਂਕਿ ਕਹਿਣ ਨੂੰ ਤਾਂ ਆਪਾਂ ਬੰਬ ਧਮਾਕਾ ਕਹਿ ਸਕਦੇ ਹਾਂ ਜੀ ਜੀ। ਉਹ ਕੀ ਸ਼ੰਕਾਵਾਂ ਨੇ? ਹਾਈ ਸਿਕਿਉਰਿਟੀ ਜ਼ੋਨ ਹੈ ਜੀ। ਹਾਂ, ਮੈਂ ਪਹਿਲੀ ਗੱਲ ਤੁਹਾਨੂੰ ਦੱਸ ਚੱਲਾਂ ਕਿ ਮੈਨੂੰ ਇਹਦੀ ਖਬਰ ਬਾਰੇ ਉੱਕਾ ਹੀ ਨਹੀਂ ਪਤਾ ਖਬਰ ਬਾਰੇ। ਉਹਦਾ ਕਾਰਨ ਕੀ ਹੈ ਕਿ ਮੈਂ ਹਰਿਆਣੇ ਦੇ ਵਿੱਚ, ਹਰਿਆਣੇ ਦੇ ਮੈਂ ਇੱਕ ਕੁਰੂਕਸ਼ੇਤਰ ਡਿਸਟ੍ਰਿਕਟ ਦੇ ਪਿੰਡ ਦੇ ਵਿੱਚ ਹਾਂ ਤੇ ਹਰਿਆਣੇ 'ਚ ਪੂਰੀ ਤਰ੍ਹਾਂ 22 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਹੋ ਚੁੱਕਾ ਸੀ ਆਪਣਾ ਦਾਨਾਲੀਆ ਸਾਹਿਬ। ਤੇ ਭਾਵੇਂ ਕਿ ਖਬਰਾਂ ਇਹ ਦੱਸ ਰਹੀਆਂ ਨੇ ਕਿ ਕੱਲ ਤੱਕ ਇੰਟਰਨੈਟ ਬੰਦ ਕੀਤਾ ਵਾ, ਲੇਕਿਨ ਜੋ ਰਿਪੋਰਟਾਂ ਆ ਰਹੀਆਂ ਸਾਡੇ ਕੋਲ ਉਹ ਹੈਗਾ ਕਿ ਸ਼ਾਇਦ ਘੱਟੋ ਘੱਟ 30 ਤਰੀਕ ਤੱਕ ਇਹਨਾਂ ਨੇ ਇੰਟਰਨੈਟ ਬੰਦ ਕੀਤਾ ਹੋਇਆ ਵਾ। ਅੱਜ ਸਵੇਰੇ ਸ਼ਾਮ ਦਾ 4 ਵਜੇ ਦਾ ਇੰਟਰਨੈਟ ਬੰਦ ਹੋ ਗਿਆ ਉਰੇ। ਤੇ ਇੱਥੋਂ ਤੱਕ ਕਿ ਜਦੋਂ ਮੈਂ ਘੁੰਮ ਰਿਹਾ ਸੀ ਪਿੰਡ ਦੇ ਵਿੱਚ, ਜਿਵੇਂ ਸਿੰਘੂ ਬਾਰਡਰ ਦੇ ਉੱਤੇ ਘਟਨਾ ਵਾਪਰੀ ਹੈ ਤਾਂ ਹਰਿਆਣੇ ਵਿੱਚੋਂ ਵੀ, ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਸਥਾਨਕ ਲੋਕ ਨੇ ਉਹ ਤੰਗ ਨੇ, ਤਾਂ ਪਰ ਇਹ ਜਿਹੜਾ ਉੱਥੇ ਜਿਹੜੇ ਸਿੰਘੂ ਦੇ ਉੱਤੇ ਬੰਦੇ ਆਏ ਸੀ ਉਹ ਗੁੰਡੇ ਆਏ ਸੀਗੇ RSS ਵਗੈਰਾ ਦੇ, ਕਿਉਂਕਿ ਇਹਦੀ ਇੱਕ ਪੁਖਤਾ ਸਬੂਤ ਇਹ ਹੈਗਾ ਕਿ ਜਿਵੇਂ ਹੀ ਪਤਾ ਲੱਗਿਆ ਨਾ ਕਿ ਸਿੰਘੂ ਦੇ ਉੱਤੇ ਹਮਲਾ ਹੋ ਗਿਆ ਹੈਗਾ ਇਸ ਤਰ੍ਹਾਂ ਦੇ ਗੁੰਡਿਆਂ ਦਾ, ਤਾਂ ਹਰਿਆਣੇ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਕੱਲੇ ਪਿੰਡ ਵਿੱਚੋਂ ਇੱਕ ਪਿੰਡ ਹੈਗਾ ਬਾਰਨਾ ਪਿੰਡ ਹੈਗਾ, ਇਹ ਕੁਰੂਕਸ਼ੇਤਰ ਜ਼ਿਲ੍ਹੇ ਦਾ ਪੈਦਾ। ਜਦੋਂ ਮੈਂ ਇਹ ਹਮਲਾ ਹੋਇਆ ਉਦੋਂ ਮੈਂ ਇਸ ਪਿੰਡ ਵਿੱਚ ਸੀਗਾ ਤੇ ਇਸ ਪਿੰਡ ਦੇ ਵਿੱਚੋਂ 8 ਟਰਾਲੀਆਂ ਭਰ ਕੇ ਗਈਆਂ ਨੇ ਕਿਸਾਨਾਂ ਦੇ ਹੱਥ ਦੇ ਵਿੱਚ। ਮਤਲਬ ਇਹ ਆਪਣੇ ਆਪ ਹੀ ਇਸ ਤਰ੍ਹਾਂ ਦੀ ਖਬਰਾਂ ਦੀ ਫੂਕ ਕੱਢ ਦਿੰਦਾ ਜਿਹੜਾ ਮੀਡੀਆ ਕਹਿ ਰਿਹਾ ਹੈਗਾ। ਸੋ ਇਜ਼ਰਾਈਲ ਦੀ ਬਾਰੇ ਮੈਨੂੰ ਖਬਰ ਨਹੀਂ ਪਤਾ ਹੈਗਾ ਉਹਦੇ ਬਾਰੇ, ਕਿਉਂਕਿ ਮੇਰੇ ਕੋਲ ਉਰੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਦੋਂ ਇੰਟਰਨੈਟ ਬਹੁਤ ਦੂਰ ਦੀ ਗੱਲ ਆ। ਹੋ ਸਕਦਾ ਕਿ ਮੇਰਾ ਜਿਹੜਾ ਤੁਹਾਡੇ ਨਾਲ ਕਨੈਕਸ਼ਨ ਵੀ ਵਿੱਚ ਦੀ ਕੱਟਿਆ ਜਾਵੇ। ਨਹੀਂ, ਉਹ ਅੱਜ ਆ ਰਹੀ ਹੈ ਜੀ, ਕਨੈਕਟੀਵਿਟੀ ਦੀ ਪ੍ਰੋਬਲਮ ਆ ਰਹੀ ਹੈ, ਕਾਲਾਂ ਟੁੱਟ ਰਹੀਆਂ ਨੇ ਜੀ। ਹਾਂਜੀ ਜੀ। ਤੇ ਤੁਸੀਂ ਉੱਥੇ ਬੈਠੇ ਹੋ, ਆਪਾਂ ਗੱਲ ਕਰਦੇ ਹਰਿਆਣੇ ਦੀ, ਕਿਉਂਕਿ ਹਰਿਆਣਾ ਮੈਂ ਪਹਿਲਾਂ ਹੀ ਗੱਲ ਕਰਕੇ ਹਟਿਆ ਤੁਹਾਡੇ ਤੋਂ ਪਹਿਲਾਂ ਕਿ ਜਦੋਂ ਅਸੀਂ ਸੰਘਰਸ਼ ਲੜਨੇ ਹੁੰਦੇ ਤਾਂ ਸਾਨੂੰ ਲੋਕਲ ਸਾਥੀ ਨੇ ਜਿਹੜੇ ਲੈਣੇ ਪੈਂਦੇ ਨੇ। ਹਾਂ, ਕਿਉਂਕਿ ਜੰਗਾਂ ਲੜੀਆਂ ਜਾਂਦੀਆਂ ਤਾਂ ਬਾਰਡਰ ਦੇ ਉੱਤੇ ਪਿੰਡਾਂ ਤੋਂ ਦੇ ਵਸਿੰਦਿਆਂ ਤੋਂ ਬਿਨਾਂ ਨਹੀਂ ਲੜੀਆਂ ਜਾ ਸਕਦੀਆਂ। ਬਿਲਕੁਲ। ਮੈਂ ਕਹਿ ਰਿਹਾ ਸੀ ਕਿ ਹਰਿਆਣੇ ਵਾਲੇ ਵੀਰ ਅੱਡ ਤੰਬੂਆਂ 'ਚ ਬੈਠੇ ਸੀ, ਥੋੜਾ ਜਿਹਾ ਮਿਕਸਅਪ ਦੀ ਕਮੀ ਨਜ਼ਰ ਆਈ ਕਿਤੇ। ਉਹ ਕਾਰਨ ਕੀ ਸੀ? ਉਹ ਕਹਿੰਦੇ ਯਾਰ ਹਮ ਹੁੱਕਾ ਪੀਤੇ हैं, सरदार लोग बीड़ी से को नफरत करते हैं। ਉਹਨਾਂ ਨੇ ਬੜੀ ਸਿਆਣਪ ਨਾਲ ਦੂਰ ਰਹੇ, ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਵਿੱਚ ਇਕੱਠਾ ਨਹੀਂ ਕਰ ਸਕੇ। ਅੱਗੇ ਸਟੇਜ ਦੇ ਵਿੱਚ ਸਾਡਾ ਕਬਜ਼ਾ ਰਿਹਾ ਜ਼ਿਆਦਾ, ਬੋਲਬਾਲਾ ਸਾਡਾ ਬੈਠਣ ਵਾਲਿਆਂ ਦਾ ਜ਼ਿਆਦਾ ਰਿਹਾ, ਉਹਨਾਂ ਦੀ ਇਨਵੋਲਵਮੈਂਟ ਘੱਟ ਰਹੀ। ਚਲੋ ਹੁੱਕੇ ਪੀਂਦੇ ਰਹੇ, ਆਪਦੀਆਂ ਗੱਲਾਂ ਕਰਦੇ ਰਹੇ। ਚਲੋ ਹੁਣ ਮਸਲਾ ਇਹ ਆ ਕਿ ਜੋ 26 ਨੂੰ ਘਟਨਾ ਵਾਪਰੀ, ਦੇਖੋ ਇਹਦੇ ਉੱਤੇ ਚਰਚਾ ਪੋਸਟ ਇਫੈਕਟਸ ਤੇ ਚਰਚਾ ਕਰਨੀ ਬਣਦੀ ਹੈ। ਅਸੀਂ ਲੱਖ ਕਈ ਚੱਲੀਏ, ਦਿਲਾਂ ਨੂੰ ਤਰਾਸੇ ਹੈ। ਸਾਡਾ ਨਿਸ਼ਾਨ ਸਾਹਿਬ ਸੀ, ਸਾਡਾ ਕੇਸਰੀ ਝੰਡਾ ਸੀ, ਅਸੀਂ ਝੁਲਾ ਦਿੱਤਾ, ਪਰ ਉਹ ਸਾਡਾ ਸੀ ਨਾ, ਸਾਰਿਆਂ ਦਾ ਤਾਂ ਨਹੀਂ ਸੀ। ਠੀਕ ਹੈ, ਉਹ ਹਰਿਆਣੇ ਦੇ ਕਿਸਾਨਾਂ ਦਾ ਤਾਂ ਨਹੀਂ ਸੀ, ਉਹ ਯੂਪੀ ਦੇ ਜਾਟ ਕਿਸਾਨਾਂ ਦਾ ਤਾਂ ਨਹੀਂ ਸੀ, ਉਹ ਕੇਰਲ ਦੇ ਮਹਾਰਾਸ਼ਟਰ ਦੇ ਕਿਸਾਨਾਂ ਦਾ ਤਾਂ ਨਹੀਂ ਸੀ, ਪਰ ਇਹ ਇੱਕ ਜਨ ਅੰਦੋਲਨ ਸੀ। ਜਨ ਅੰਦੋਲਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ RSS ਤੇ ਭਾਜਪਾ ਨੇ ਖੇਡ ਖੇਡੀ, ਉਹ ਕਾਮਯਾਬ ਵੀ ਹੋਈ। ਮੀਡੀਆ ਨੇ ਉਹਨੂੰ ਪ੍ਰਚਾਰਿਆ ਵੀ, ਕਿਉਂਕਿ ਇੱਕ ਝੂਠ 10 ਥਾਵਾਂ ਤੇ ਬੋਲ ਦੋ, ਇਹ ਤਾਂ ਲੱਖਾਂ ਥਾਵਾਂ ਤੇ ਬੋਲ ਗਏ, ਉਹ ਸੱਚ ਬਣ ਜਾਂਦਾ। ਉਹਦਾ ਪੋਸਟ ਇਫੈਕਟ ਕੀ ਨਜ਼ਰ ਆਇਆ? ਕਿਉਂਕਿ ਹਰਿਆਣੇ ਦੇ ਇਹਨਾਂ ਪਿੰਡਾਂ ਦੇ ਵਿੱਚ, ਸ਼ਹਿਰੀ ਤੇ ਪੇਂਡੂ ਲੋਕਾਂ ਦੇ ਵਿੱਚ, ਪੇਂਡੂ ਲੋਕ ਮੈਂ ਕਈ ਵਾਰੀ ਕਹਿੰਦਾ ਕਿ ਜ਼ਿਆਦਾ ਸਮਝਦਾਰ ਹੁੰਦੇ ਨੇ, ਉਹ ਸਿਆਸਤ ਨੂੰ ਸਮਝ ਲੈਂਦੇ ਨੇ, ਪਰ ਸ਼ਹਿਰੀ ਲੋਕਾਂ ਦਾ ਮੈਂ ਕਈ ਵਾਰੀ ਦੇਖਿਆ, ਕਈ ਵਾਰੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਹੁੰਦਾ। ਅਸਲ ਵਿੱਚ ਨਾ ਇੱਕ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਖਾਨਗਾਹੀ ਦੀਵਾ ਬਾਲਦੀ ਹੈ, ਉਹਦੇ ਵਿੱਚ ਉਸ ਇੱਕ ਅਨਪੜ੍ਹ ਔਰਤ ਤੇ ਆਪਦੇ ਆਪ ਨੂੰ ਸਿਆਣਾ ਬੁੱਧੀਜੀਵੀ ਹੋਣ ਕਰਕੇ ਜਿਹੜੀ ਉਹ ਸੰਕਟਾਂ ਦੇ ਵਿੱਚ ਉਹਨੂੰ ਗੁਜ਼ਰਨਾ ਪੈਂਦਾ ਹੈਗਾ ਤੇ ਇੱਕ ਅਨਪੜ੍ਹ ਕੁੜੀ ਨੂੰ ਨਹੀਂ ਗੁਜ਼ਰਨਾ ਪੈਂਦਾ। ਉਹਨਾਂ ਦਾ ਆਪਸ ਵਿੱਚ ਤੁਲਨਾ ਕਰਦਾ ਕਿ ਉਹ ਕਹਿੰਦਾ ਕਿ ਤੇਰਾ ਤਾਂ ਸਰ ਜਾਂਦਾ, ਤੂੰ ਦੀ ਇੱਕ ਦੀਵਾ ਬਾਲਿਆ ਹੋਣੀ ਹੈਗੀ ਹੈ ਜਾ ਕੇ ਮੱਟੀ ਦੇ ਉੱਤੇ, ਤੇਰੀ ਉਹਦੇ ਵਿੱਚ ਆਸਥਾ, ਤੈਨੂੰ ਉਹਦੇ ਵਿੱਚ ਸਕੂਨ ਮਿਲਦਾ ਹੋਊਗਾ। ਪਰ ਮੇਰੀ ਪ੍ਰੋਬਲਮ ਹੈ ਕਿ ਮੈਂ ਜਿਹੜਾ ਇਹਨਾਂ ਨੂੰ ਚੀਜ਼ਾਂ ਨੂੰ ਮੰਨਦਾ ਵੀ ਨਹੀਂ ਹੈਗਾ, ਪਰ ਮੈਂ ਜਿਹੜਾ ਜਦੋਂ ਬੰਦਾ ਚਿੰਤਨ ਪ੍ਰਕਿਰਿਆ ਵਿੱਚ ਗੁਜ਼ਰਦਾ ਹੁੰਦਾ
ਉਦੋਂ ਉਹ ਆਪਣੀ ਪ੍ਰਕਿਰਿਆ ਵਿੱਚ ਉੱਚ ਅਵਸਥਾ ਤੇ ਤਾਂ ਹੀ ਪਹੁੰਚਿਆ ਹੁੰਦਾ, ਲੇਕਿਨ ਉਹ ਆਪਣੇ ਪੁਰਾਣੇ ਜਿਹੜੇ ਨਾ ਮਿੱਠਾਂ ਨਾਲ ਲੜ ਰਿਹਾ ਹੁੰਦਾ। ਇਹ ਉਸ ਵੇਲੇ ਦੀ ਅਵਸਥਾ ਜਿੱਤਨੀ ਹੋਈ ਹੈ ਕਿ ਮੈਨੂੰ ਤਾਂ ਕਹਿੰਦਾ ਕੀ ਕਿਉਂ ਕਿੱਦਾਂ ਨੇ ਮਾਰ ਲਿਆ, ਮਤਲਬ ਹਰ ਬੰਦਾ ਤਰਕ ਕਰਦਾ ਨਾ ਮੈਂ ਇਹਨੂੰ ਕਰਾਂ ਕਿਉਂ ਕਰਾਂ। ਸੋ ਇਸ ਲਈ ਜਿਹੜਾ ਥੋੜਾ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਕੀ ਕਿਉਂ ਕਿੱਦਾਂ ਮਾਰ ਲੈਂਦਾ। ਤੇ ਲੇਕਿਨ ਜਿਹੜਾ ਆਮ ਬੰਦਾ, ਪਿੰਡ ਵਾਲਾ ਜਾਂ ਆਮ ਬੰਦਾ, ਉਹਨੂੰ ਹਾਲੇ ਉਹਦੇ ਲਈ ਕਈ ਸਾਰੇ ਵਿਸ਼ਵਾਸ ਕੰਮ ਕਰ ਜਾਂਦੇ ਆ। ਇਹਦਾ ਮਤਲਬ ਹੁਣ ਇਹ ਨਹੀਂ ਹੈਗਾ ਵੀ ਤੁਸੀਂ ਅੰਧ ਵਿਸ਼ਵਾਸੀ ਹੋ ਜਾਓ, ਮੈਂ ਇਹ ਸੁਨੇਹਾ ਦੇਣਾ ਚਾਹੁੰਦਾ। ਪਰ ਇੱਕ ਫਰਕ ਹੁੰਦਾ ਮੋਟਾ ਜਿਹਾ ਜੀ। ਉਸ ਅਵਸਥਾ ਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਉਸ ਕਵਿਤਾ ਦੇ ਵਿੱਚ ਖਾਨਗਾਹੀ ਦੀਵਾ ਬਾਲਦੀ ਵਿੱਚ ਚਿਤਰਿਆ ਹੋਇਆ। ਜਿਹੜੇ ਪੰਜਾਬੀ ਲਿਟਰੇਚਰ ਦੇ ਆਪਣੇ ਅਦੀਬ ਨੇ, ਉਹਨਾਂ ਨੂੰ ਸ਼ਾਇਦ ਪਾਠਕ ਨੇ ਮਾਫ ਕਰਨਾ, ਉਹਨਾਂ ਨੂੰ ਇਹ ਕਵਿਤਾ ਸ਼ਾਇਦ ਯਾਦ ਹੋਵੇਗੀ। ਮੈਂ ਉਹਦੀ ਉਦਾਹਰਨ ਦੇ ਕੇ ਹੁਣ ਆਪਣੀ ਗੱਲ ਅੱਗੇ ਕਰਦਾ ਹੈਗਾ। ਤੇ ਦੇਖੋ ਗੱਲ ਇਹ ਹੈਗੀ ਹੈ ਕਿ ਮੈਂ ਇਹਨਾਂ 2-3 ਦਿਨ ਹੋ ਗਏ, 26, 27, 28 ਅੱਜ ਹੋ ਗਈ 29 ਤਰੀਕ। ਮੈਂ ਪੰਜਾਬ ਦੇ ਵਿੱਚ ਤਾਂ ਗੁਜ਼ਰਿਆ ਹੈਗਾ ਮਾਂ ਆਪਣੇ ਇਲਾਕੇ ਚ, ਚੰਡੀਗੜ੍ਹ, ਮੋਹਾਲੀ, ਥੋੜਾ ਰੋਪੜ ਦਾ ਇਲਾਕਾ। ਇਹਦੇ 26 ਤੋਂ 27 ਤਰੀਕ ਤੱਕ ਜਿਹੜਾ ਮਾਹੌਲ ਸੀ ਦੋ ਤਰ੍ਹਾਂ ਨਾਲ, ਦੋ ਸੈਕਸ਼ਨਾਂ ਚ ਵੰਡਿਆ ਹੋਇਆ ਸੀਗਾ। ਇੱਕ ਤਾਂ ਕਹਿੰਦੇ ਸੀ ਕਿ ਯਾਰ ਆਪਣੇ ਦੀਪ ਸਿੱਧੂ ਨੇ ਬਹੁਤ ਮਾੜਾ ਕਰ ਦਿੱਤਾ ਕਿਉਂਕਿ ਇਹਨੇ ਜਿਹੜਾ ਏਦਾਂ ਕਰਨਾ ਨਹੀਂ ਸੀ। ਇੱਕ ਪੱਤੇ ਵਰਗ ਦੇ ਲੋਕ ਸੀ ਵੀ ਹੋ ਗਈ ਯਾਰ ਵੀ ਝੰਡਾ ਲਹਿਰਾ ਦਿੱਤਾ, ਏਡੀ ਕਿਹੜੀ ਗੱਲ ਹੋ ਗਈ ਹੈਗੀ ਆ, ਤੇ ਇਹ ਕੋਈ ਮਾੜੀ ਗੱਲ ਨਹੀਂ ਹੈ। ਫਿਰ ਉਹ ਆਪਣੀ ਦਲੀਲਾਂ ਵੀ ਦਿੰਦੇ ਸੀ। ਲੇਕਿਨ ਮੈਨੂੰ ਪਤਾ ਲੱਗਿਆ ਕਿ ਕੱਲ ਰਾਤੋਂ ਰਾਤ ਜਦੋਂ ਇਹ ਵਾਲਾ ਮਾਮਲਾ ਆਇਆ, ਉਦੋਂ ਮੈਂ ਪੰਜਾਬ ਚ ਨਹੀਂ ਸੀਗਾ, ਮੈਂ ਹਰਿਆਣੇ ਆ ਚੁੱਕਾ ਸੀਗਾ। ਤੇ ਉਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਲੋਕਾਂ ਦੇ ਵੀ ਮੂਡ ਬਦਲੇ ਨੇ। ਉਹ ਮੇਰੇ ਕੋਈ ਸੰਪਰਕ ਵਿੱਚ ਵੀ ਸੀਗੇ ਤੇ ਉਹਨਾਂ ਦਾ ਕਹਿਣਾ ਸੀ ਕਿ ਨਹੀਂ ਵੀ ਸਰਕਾਰ ਹੁਣ ਨਾ ਗਲਤ ਕੰਮ ਕਰਨ ਲੱਗੀ ਹੈਗੀ ਆ, ਤੇ ਇਹਨਾਂ ਨੇ ਸਾਡੇ ਨਾ ਜਿਹੜਾ ਜੋਸ਼ ਨੂੰ ਨਿਰੁਤਸਾਹਿਤ ਕਰ ਦਿੱਤਾ। ਫਿਰ ਆ ਜਾਂਦੇ ਹਰਿਆਣੇ ਵਿੱਚ। ਹਰਿਆਣੇ ਵਿੱਚ ਮੈਂ ਐਂਟਰੀ ਕੀਤੀ, ਉਦੋਂ ਹੋਇਆ ਸੀ ਕਿ ਅੰਦੋਲਨ ਦਾ ਇਹ ਜਿਹੜਾ ਉਹ ਝੰਡੇ ਵਾਲਾ ਅਸਰ ਦਿਖਣ ਲੱਗਿਆ ਜੀ। ਕਈ ਥਾਵਾਂ ਉੱਤੇ ਇਸ ਬਹਾਨੇ ਬੀਜੇਪੀ ਦੇ ਗੁੰਡੇ ਕਾਇਮ ਹੋ ਗਏ, ਤੁਸੀਂ ਬਜਰੰਗ ਦਲ ਕਾਇਮ ਹੋ ਗਏ। ਉਹਨਾਂ ਨੇ ਪੰਜਾਬ ਤੋਂ ਵਾਪਸ ਆਉਣ ਦੀਆਂ ਟਰਾਲੀਆਂ ਉੱਤੇ ਹਮਲੇ ਕੀਤੇ। ਇੱਕ ਦੋ ਜਗ੍ਹਾ ਤੇ ਚਲੋ ਠੀਕ ਹੈ ਕਿ ਹਰਿਆਣੇ ਦੇ ਜੱਟਾਂ ਨੇ ਮਦਦ ਕੀਤੀ ਉਹਨਾਂ ਦੀ, ਤੇ ਇੱਕ ਦੋ ਜਗ੍ਹਾ ਸਿੱਖਾਂ ਦੇ ਪਿੰਡ ਸੀ ਉਹਨਾਂ ਨੇ ਵੀ ਮਦਦ ਕੀਤੀ ਹੈਗੀ ਰਸਤੇ ਦੇ ਵਿੱਚ, ਉਹ ਵੀ ਪਤਾ ਲੱਗਿਆ। ਫਿਰ ਕਈ ਛੋਟੇ ਮੋਟੇ ਟੋਲ ਆ ਉਹਨਾਂ ਨੇ ਚੁਕਵਾ ਦਿੱਤੇ ਹੈਗੇ ਸੀਗੇ। ਹਾਲਾਂਕਿ ਆਪਣਾ ਸ਼ੰਭੂ ਵਾਲਾ ਵੀ ਚੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੱਗਿਆ ਹੋਇਆ ਸੀ। ਜਦੋਂ ਮੈਂ ਦੁਪਹਿਰੇ ਫਿਰ ਬਾਲੇ ਦੇ ਇੱਕ ਪਿੰਡ ਚ ਹੋ ਕੇ ਫਿਰ ਸ਼ੰਭੂ ਕੰਨੀ ਆਇਆ ਆਪਦੀ ਕਾਰ ਦੇ ਵਿੱਚ, ਤਾਂ ਉਹ ਲੱਗਿਆ ਹੋਇਆ ਸੀ ਉਦੋਂ ਹੀ। ਉਹ ਕੋਈ ਚੱਕਰ ਨਹੀਂ ਸੀ। ਮੈਨੂੰ ਪਰ ਖਬਰ ਮਿਲੀ ਸੀ ਵੀ ਉਹਨੂੰ ਚੁਕਾਉਣ ਆਏ ਸੀ, ਪਰ ਗੱਲਬਾਤ ਬਣੀ ਨਹੀਂ ਹੈਗੀ ਉਦੋਂ। ਤੇ ਅੱਜ ਮੈਂ ਕੁਰੂਕਸ਼ੇਤਰ ਵਿੱਚ ਰਿਹਾ, ਕਹਿੰਦਾ ਮੈਂ ਜਿਹੜਾ ਪ੍ਰਭਾਵ ਮੋਟਾ ਜਿਹਾ ਪ੍ਰਭਾਵ ਇਹ ਹੈਗਾ ਕਿ ਇਹਦਾ ਅਸਰ ਤਾਂ ਪਿਆ ਹੈਗਾ। ਦੇਖੋ ਬਸ ਅਸਰ ਭਾਵੇਂ ਕਿ ਸ਼ਹਿਰਾਂ 'ਚ ਜ਼ਿਆਦਾ ਦਿਖਿਆ ਹੈਗਾ ਇਹਦਾ ਅਸਰ। ਸ਼ਹਿਰ 50-50 ਹੋ ਗਏ। ਜਦੋਂ ਮੈਂ 15 ਦਿਨ ਪਹਿਲਾਂ ਹਰਿਆਣੇ ਵਿੱਚ ਸੀਗਾ, ਉਦੋਂ ਸ਼ਹਿਰਾਂ 'ਚ ਵੀ ਉਹੀ ਜੋਸ਼ ਸੀਗਾ, ਤੇ ਉਹਨੂੰ ਸ਼ਹਿਰਾਂ ਦੇ ਵਿੱਚ ਵੀ ਇਹੀ ਚੀਜ਼ ਮਿਲਦੀ ਸੀ ਕਿ ਨਹੀਂ ਕਿਸਾਨ ਲੜ ਰਹੇ ਨੇ, ਸਾਨੂੰ ਸਾਥ ਦੇਣਾ ਬਣਦਾ। ਜਦੋਂ ਹਰਿਆਣੇ ਦੇ ਵਿੱਚ ਵੀ ਬੰਦ ਦੀ ਕਾਲ ਆਈ ਸੀ, ਜਥੇਬੰਦੀਆਂ ਨੇ ਪੰਜਾਬ ਹੋਣਾ ਬੰਦ ਦੀ ਕਾਲ ਦਿੱਤੀ ਸੀ। ਇਹ ਸਾਰਾ ਏਰੀਆ ਨਾ ਜਿਹੜਾ ਕੁਰੂਕਸ਼ੇਤਰ ਵਾਲਾ ਬੰਦ ਸੀ। ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ, 100% ਬੰਦ ਹੋ ਗਿਆ। ਇਹ ਵੀ ਸੱਚ ਕਿ ਹਰਿਆਣੇ ਵਿੱਚ ਲੋਕ ਸਭਾ ਸੀਟ ਬੀਜੇਪੀ ਨੇ ਕੱਢੀ ਸੀਗੀ। ਇਹ ਵੀ ਸੱਚ ਹੈ ਕਿ ਹਰਿਆਣੇ ਦੇ ਵਿੱਚੋਂ ਵਿਧਾਨ ਸਭਾ ਸੀਟ ਵੀ ਬੀਜੇਪੀ ਨੇ ਕੁਰੂਕਸ਼ੇਤਰ ਦੇ ਵਿੱਚੋਂ ਕੱਢੀ ਸੀ। ਕੁਰੂਕਸ਼ੇਤਰ ਹੀ 100% ਬੰਦ ਹੋ ਗਿਆ ਸੀ। ਇਹਦਾ ਮਤਲਬ ਕਿ ਕਿਸਾਨੀ ਅੰਦੋਲਨ ਦਾ ਅਸਰ ਸੀਗਾ। ਪਰ ਅੱਜ ਮੈਨੂੰ ਇਹ 50-50 ਵੰਡਿਆ ਹੋਇਆ ਦਿਖਾਈ ਦਿੱਤਾ, ਕਿਉਂਕਿ ਲੋਕਾਂ ਨੇ ਕਿ ਉਹੀ ਗੱਲਾਂ ਜਿਹੜੀਆਂ ਕਿ ਗੋਦੀ ਮੀਡੀਆ ਨੇ ਦਿਮਾਗ ਵਿੱਚ ਪਾਈਆਂ ਕਿ ਭਈ ਇਹਦੇ ਵਿੱਚ ਨਾ ਅੰਦੋਲਨ ਤੋਂ अच्छा था, इसमें गलत बंदे आ गए, ये तो खालिस्तानी झंडा लहराने लगे, इसमें ये हो गया। ਇਹ ਚੀਜ਼ਾਂ ਦਿਖੀਆਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਨਾ ਵੀ ਇਹਨਾਂ ਦਾ ਏਜੰਡਾ ਕੀ ਸੀ। ਜਾਟ ਤਾਂ ਸਮਝ ਰਹੇ ਸੀ, ਕਿਉਂਕਿ ਮੇਰੀ ਉੱਤੇ ਪ੍ਰੋਫੈਸਰ ਨੇ ਦਿੱਲੀ ਯੂਨੀਵਰਸਿਟੀ ਦੇ ਇੱਕ, ਉਹਨਾਂ ਨੇ ਬੜੀ ਬਹੁਤ ਪਹਿਲੇ ਦਿਨ ਹੀ ਜਦੋਂ ਮੈਂ ਗਿਆ, ਆਪਣਾ ਪਹਿਲੇ ਦਿਨ ਗਏ ਆ ਨਾ, ਉਹ ਮੈਨੂੰ ਮਿਲ ਗਏ। ਆਪਾਂ ਪਹੁੰਚ ਗਏ ਉੱਥੇ, ਉਹਨਾਂ ਨਾਲ ਮੇਰੀ 2 ਘੰਟੇ ਗੱਲਬਾਤ ਹੋਈ, ਕਿਉਂਕਿ ਕਈ ਗੱਲਾਂ ਹੁਣ ਕੈਮਰਾ ਕਰਨ ਦੀਆਂ ਨਹੀਂ ਹੁੰਦੀ, ਬੰਦਾ ਸਮਝ ਜਾਂਦਾ ਕਿਉਂ ਲੈ ਰਿਹਾ ਕੀ ਹੈ। ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦਾ ਸਰਦਾਰ ਜੀ ਬਿਲਕੁਲ ਤੁਸੀਂ ਆਏ ਹੋ, ਤੁਹਾਡੇ ਹੌਸਲੇ ਦੇ ਨਾਲ ਅਸੀਂ ਖੜੇ ਹੋ ਗਏ। ਕਹਿੰਦੇ ਉਹਦਾ ਕਾਰਨ ਕੀ ਸੀ? ਕਹਿੰਦੇ ਸਾਨੂੰ ਕਹਿੰਦੇ ਜਾਟ ਅੰਦੋਲਨ ਵੇਲੇ ਬਹੁਤ ਕੁੱਟਿਆ, ਸਾਡੇ ਮੁੰਡਿਆਂ ਦੇ ਡਰ ਬਹਿ ਗਿਆ ਕਹਿੰਦੇ ਪੁਲਿਸ ਦਾ, ਠੀਕ ਹੈ, ਪਰ ਕਹਿੰਦੇ ਇਹ ਅੰਦੋਲਨ ਸੀ ਸਾਡਾ, ਇਹ ਫੇਲ ਕਿਵੇਂ ਹੋਇਆ? ਇੱਕ ਚੀਜ਼ ਦਾ ਤੁਸੀਂ ਧਿਆਨ ਰੱਖ ਲਿਓ, ਅੱਜ ਤੋਂ ਕੰਮ ਸ਼ੁਰੂ ਕਰ ਲਿਓ। ਕਹਿੰਦੇ ਇਹ RSS ਨੇ ਉਹਨਾਂ ਚੀਜ਼ਾਂ ਨੂੰ ਟਾਰਗੇਟ ਕੀਤਾ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸੀਗੇ, ਤੇ ਸਾਡੇ ਮੁੰਡੇ ਭੜਕ ਗਏ, ਕਿਉਂਕਿ ਉਹਨਾਂ ਨੇ ਸਰ ਛੋਟੂ ਰਾਮ ਦੀ ਮੂਰਤੀ ਤੋੜੀ, ਉਹਦੇ ਉੱਤੇ ਪਿਸ਼ਾਬ ਕੀਤਾ, ਭਗਤ ਸਿੰਘ ਦੀ ਮੂਰਤੀ ਤੋੜੀ, ਬਹਾਦਰਗੜ੍ਹ ਦੇ ਨੇੜੇ ਇੱਕ ਪਿੰਡ ਦੇ ਵਿੱਚ ਤੋੜੀ ਗਈ, ਠੀਕ ਹੈ। ਉੱਥੋਂ ਫਿਰ ਘਟਨਾਵਾਂ ਸ਼ੁਰੂ ਹੋਈਆਂ। ਕਹਿੰਦੇ ਇਹ ਚੀਜ਼ ਦਾ ਧਿਆਨ ਰੱਖਿਓ, ਰਾਖੀ ਰੱਖਿਓ, ਤੁਹਾਡੇ 'ਚ ਆ ਬੰਦੇ ਨਾ ਵੜ ਜਾਣ, ਇਹੋ ਜਿਹੇ ਬੰਦੇ ਜੇਕਰ ਭੜਕਾਊ ਗੱਲ ਕਰਦੇ ਨੇ ਤਾਂ ਇਹ ਵਿਗਾੜ ਪਊਗਾ। ਕਿਉਂਕਿ ਉਹਦੇ ਹੁਣ ਜਿਹੜੀਆਂ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ ਸ਼ਹਿਰੀ ਜਨਤਾ ਨੂੰ,
ਸ਼ਹਿਰੀ ਜਿਹੜੀ ਇੱਕ ਬਣੀਆਂ ਕਲਾਸ ਹੈ ਨਾ, ਬਿਜ਼ਨਸਮੈਨ ਕਲਾਸ, ਉਹ ਬਹੁਤ ਨਾਲ ਸੀ ਉਰੇ ਕੁਰਕਸ਼ੇਤਰ। ਜਿਵੇਂ ਆਪਣੇ ਪੰਜਾਬ ਦੇ ਵਿੱਚ ਨਾਲ ਹੈ ਨਾ, ਉਹਦਾ ਕੁਰਕਸ਼ੇਤਰ ਵੀ ਨਾਲ ਸੀਗੀ। ਇਹ ਮੈਂ ਇਸ ਏਰੀਆ ਦੀ ਤਾਂ ਗੱਲ ਕਰਦਾ, ਇੱਕ ਤਾਂ 80% ਏਰੀਆ ਪੰਜਾਬੀ ਹਿੰਦੂ ਏਰੀਆ, ਠੀਕ ਹੈ, ਤਾਂ ਉਹ ਜ਼ਿਆਦਾਤਰ ਏਰੀਆ ਹਿੰਦੂ ਹੈ ਤੇ ਜ਼ਿਆਦਾਤਰ ਬਿਜ਼ਨਸ ਤਬਕਾ ਪਰ ਨਾਲ ਖੜਾ ਸੀਗਾ। ਇਹਦੀ ਪਰ ਉਹਦਾ ਕਿ ਬੀਜੇਪੀ ਦੇ ਹੱਕ ਸੀ ਵੋਟਾਂ ਦੇ ਵੇਲੇ, ਪਰ ਹੁਣ ਨਾਲ ਕਿਸਾਨੀ ਅੰਦੋਲਨ ਤੇ ਖੜਾ ਸੀ। ਹੁਣ ਪ੍ਰਭਾਵ ਉਹਨਾਂ ਤੋਂ ਜਾ ਕੇ ਇੱਥੇ ਤਾਂ ਦੇਖੋ ਜੀ, ਦੀਪ ਸਿੱਧੂ ਰਾਤ ਨੂੰ ਲਾਈਵ ਹੋ ਕੇ ਖਾਲਿਸਤਾਨ ਦੀ ਗੱਲ ਕੀਤੀ ਆ, ਉਹਨੇ ਭਿੰਡਰਾਂਵਾਲੇ ਦੀ ਗੱਲ ਕੀਤੀ ਆ, ਵਗੈਰਾ ਵਗੈਰਾ। ਤੇ ਹੁਣ ਚੱਲਿਆ ਗਿਆ ਫਿਰ ਪਿੰਡਾਂ ਦੇ ਵਿੱਚ ਕਹਿੰਦੇ ਕਿ ਦੇਖੋ ਜੀ ਅੰਦੋਲਨ ਵਿੱਚ ਭਾਵੇਂ ਕਿ ਗਲਤ ਬੰਦੇ ਆ ਗਏ ਹੁਣ, ਪਰ ਉਹ ਸਰਕਾਰ ਨੇ ਬਾੜੇ ਹੋਣਗੇ। ਇਹ ਮਤਲਬ ਇੰਨੇ ਸਿਆਣੇ ਦਿਖੇ ਮੈਨੂੰ ਹਰਿਆਣੇ ਦੇ ਪਿੰਡਾਂ वाले के नहीं जी, वो दीप सिद्धू तो पहले बीजेपी के साथ था, उसके एमपी के साथ था जी, फलाना था, उसकी तो मोदी के साथ फोटो है। ਆ ਕੁਝ ਉਹਨਾਂ ਨੂੰ ਉਹ ਦੱਸ ਰਹੇ ਸੀ, ਆਪਣੀਆਂ ਦਲੀਲਾਂ ਦੇ ਰਹੇ ਸੀ, ਮਤਲਬ ਉਹ ਡਿਫੈਂਸਿਵ ਮੂਡ ਦੇ ਵਿੱਚ ਸੀ ਅੰਦੋਲਨ ਦੇ। ਅੰਦੋਲਨ ਨੂੰ ਮਤਲਬ ਦੇ ਹੱਕ ਵਿੱਚ ਦਲੀਲਾਂ ਕਿਵੇਂ ਨਾ ਕਿਵੇਂ ਕੱਢ ਰਹੇ ਸੀ, ਭਾਵੇਂ ਉਹ ਦਲੀਲਾਂ ਵਿਚਾਰੇ ਜਸਟੀਫਾਈ ਕਰ ਰਹੇ ਸੀ, ਉਸ ਚੀਜ਼ ਨੂੰ ਕੋਸ਼ਿਸ਼ ਕਰ ਰਹੇ ਸੀ ਜਸਟੀਫਾਈ ਕਰਨ ਦੀ, ਉਹ ਕੋਸ਼ਿਸ਼ ਕਰ ਰਹੇ ਸੀਗੇ। ਅੱਛਾ, ਹੁਣ ਇਹ ਸਾਰੇ ਨੂੰ ਪਰਾਂ ਰੱਖ ਦਿੰਦੇ ਆ। ਹੁਣ ਆਪਾਂ ਜਿਹੜਾ ਇਹਨੂੰ, ਇਹ ਤਾਂ ਹੋ ਗਿਆ ਲੋਕਾਂ ਦੀ ਮਾਨਸਿਕਤਾ ਕੀ ਹੈ, ਸ਼ਹਿਰੀਆਂ ਦੀ ਕੀ ਹੈ, ਪਿੰਡੂਆਂ ਦੀ ਕੀ ਹੈ। ਹੁਣ ਆਪਾਂ ਇਹਦਾ ਇੱਕ ਐਨਾਲਿਸਿਸ ਕਰ ਲੈਂਦੇ। ਤੁਸੀਂ ਇਹ ਜਿਹੜਾ ਸਵਾਲ ਕੀਤਾ ਹੈ, ਦੇਖੋ ਪਹਿਲੀ ਗੱਲ ਇਹ ਹੈ ਕਿ ਮੋਦੀ ਮੀਡੀਆ ਨੇ ਤਾਂ ਰੱਜ ਕੇ ਗੰਦ ਪਾਇਆ, ਉਹ ਤਾਂ ਪਾਇਆ। ਹੁਣ ਜਿਹੜਾ ਸਾਡੇ ਨਾ ਇੰਡੀਆ ਦਾ ਇੱਕ ਨੈਸ਼ਨਲ ਲੈਵਲ ਦਾ ਜਿਹੜਾ ਸੈਕੂਲਰ ਵਿਦਵਾਨ ਆ, ਉਹਦੀ ਗੱਲ ਕਰਦੇ ਨੇ, ਤੇ ਸੈਕੂਲਰ ਵਿਦਵਾਨ ਦੀ ਗੱਲ ਕਰਦਾ ਉਹਦੀ ਸਿਫਤ ਵੀ ਕਰੂੰਗਾ, ਉਹਦੇ ਵਿੱਚ ਕੋਈ ਟੈਕਨੀਕਲ ਮੈਂ ਨੁਕਸ ਵੀ ਕੱਢੂੰਗਾ। ਉਹ ਕੀ ਸਾਡੇ ਸੈਕੂਲਰ ਵਿਦਵਾਨਾਂ ਦਾ ਕਹਿਣਾ ਸ਼ੁਰੂ ਹੋ ਗਿਆ ਕਿ ਉਹਦੀ ਦੇਖੋ ਜੀ, ਇਹਦੇ ਵਿੱਚ ਉਹਨਾਂ ਦੀ ਦਲੀਲਾਂ ਕੀ ਨੇ। ਉਹਨਾਂ ਦੀ ਦਲੀਲਾਂ ਨੇ ਵੀ ਇਹ ਤਾਂ ਜੀ ਦੇਖੋ ਉਹ ਚੰਗੀਆਂ ਦਲੀਲਾਂ ਨੇ, ਕਿਉਂਕਿ ਸੈਕੂਲਰ ਵਿਦਵਾਨ ਜਿਹੜੇ ਕਿ ਬਹੁਤ ਨਾ ਸਿੱਖ ਨਹੀਂ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਉਹ ਮਤਲਬ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕੁੱਲ ਮਿਲਾ ਕੇ ਪ੍ਰਕਿਰਿਆ ਇਹ ਰਹੀ ਹੈ ਕਿ ਬੀਜੇਪੀ ਨੇ ਇਹਨੂੰ ਜਿਹੜਾ ਸਿੱਖਾਂ ਦੇ ਉੱਤੇ ਜਿਹੜਾ ਟਾਰਗੇਟ ਕਰਨਾ ਸੀਗਾ, ਉਹਨਾਂ ਨੂੰ ਕਿਸਾਨਾਂ ਨੂੰ ਗਲਤ ਦਿਖਾ ਕੇ ਖਾਲਿਸਤਾਨੀ ਪੇਸ਼ ਕਰਨਾ ਸੀ, ਉਹ ਤਾਂ ਉਹਨਾਂ ਨੇ ਵਿਰੋਧ ਕੀਤਾ। ਉਹ ਸੈਕੂਲਰ ਵਿਦਵਾਨਾਂ ਨੇ ਉਹ ਕਹਿੰਦੇ ਰਹੇ ਕਿ ਦੇਖੋ ਜੀ, ਵੀ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਰਕਾਰ ਦਾ ਕਿਰਾਇਆ ਸਰਕਾਰ ਉੱਥੇ ਕਰਦੀ ਕੀ ਸੀਗੀ, ਪੁਲਿਸ ਉਹਨਾਂ ਦੀ ਕਰਦੀ ਕੀ ਸੀ, ਉਹਨਾਂ ਦੇ ਹੁੰਦੇ ਹੋ ਗਿਆ। ਇੱਕ ਤਾਂ ਉਹ ਇਹ ਦਲੀਲ ਦਿੰਦੇ ਨੇ, ਫਿਰ ਇਹ ਦਿੰਦੇ ਨੇ ਕਿ ਕੋਈ ਗੱਲ ਨਹੀਂ, ਝੰਡਾ ਵੀ ਲਹਿਰਾਇਆ ਗਿਆ, ਐਡੀ ਕਿਹੜੀ ਗੱਲ ਆ ਗਈ, ਇਹ ਤਾਂ ਝੰਡਾ ਨਰਿੰਦਰ ਮੋਦੀ ਇਹ ਨਾਲੇ ਖਾਲਿਸਤਾਨੀ ਝੰਡਾ ਨਹੀਂ ਹੈਗਾ, ਇਹ ਤਾਂ ਕੇਸਰੀ ਝੰਡਾ ਹੈਗਾ ਹੈ। ਤੇ ਫਿਰ ਉਹ ਇਹ ਵੀ ਕਹਿੰਦੇ ਨੇ ਕਿ ਦੇਖੋ ਇਹ ਜਿਹਨਾਂ ਨਾਲੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਗਿਆ ਸੀਗਾ, ਇਹ ਤਾਂ ਅਸਲ ਵਿੱਚ ਵੀ ਉਹਦੇ ਬਰਾਬਰ ਲਾ ਦਿੱਤਾ ਗਿਆ ਸੀਗਾ। ਉਹ ਦੂਜੀ ਗੱਲ ਕਹਿੰਦੇ ਵੀ ਜਿਵੇਂ ਹੋਰ ਕਈ ਫੰਕਸ਼ਨਾਂ ਦੇ ਉੱਤੇ, ਜਿਵੇਂ ਵਾਇਰ ਦਾ ਵਿੱਚ ਸਟੋਰੀ ਆਈ ਆ ਕਿ 2014 ਦੇ ਵਿੱਚ ਲਾਲ ਕਿਲ੍ਹੇ ਦੇ ਨੇੜੇ ਤੇੜੇ ਵੀ ਕੇਸਰੀ ਝੰਡੇ ਲੱਗੇ ਸੀਗੇ, ਕਿਉਂਕਿ ਉਦੋਂ ਇੱਕ ਖਾਸ ਦਿਨ ਮਨਾਉਣਾ ਸੀਗਾ। ਤੇ ਉਦੋਂ ਦੀ ਕਿਹੜੀ ਵੱਡੀ ਸਮੱਸਿਆ ਹੈਗੀ ਜਦੋਂ ਉਦੋਂ ਲੱਗ ਗਿਆ ਸਰਕਾਰੀ ਪੱਧਰ ਤੇ, ਹੁਣ ਕਿਸੇ ਨੇ ਲਾ ਦਿੱਤਾ, ਐਡੀ ਵੀ ਕੋਈ ਗੱਲ ਨਹੀਂ ਹੈਗੀ। ਤੇ ਫਿਰ ਇੱਕ ਦਲੀਲ ਉਹ ਦਿੰਦੇ ਹੈਗੇ ਨੇ ਕਿ ਪ੍ਰਧਾਨ ਮੰਤਰੀ ਜਦੋਂ ਖੁਦ ਗੁਰਦੁਆਰੇ ਜਾਂਦੇ ਹੈਗੇ ਨੇ ਦਿੱਲੀ ਦੇ, ਤਾਂ ਉਹਨਾਂ ਨੇ ਜਿਹੜਾ ਪਟਕਾ ਲਿਆ ਹੁੰਦਾ ਉਹਦੇ ਉੱਤੇ ਵੀ ਖਾਲਸੇ ਨਿਸ਼ਾਨ ਲੱਗਿਆ। ਹਾਂਜੀ ਹਾਂਜੀ, ਇਹ ਮਤਲਬ ਚੰਗੀਆਂ ਦਲੀਲਾਂ ਨੇ, ਮਤਲਬ ਉਹ ਸਿੱਖ ਭਾਈਚਾਰੇ ਨੂੰ ਮਤਲਬ ਬਦਨਾਮ ਹੋਣ ਤੋਂ ਬਚਾ ਰਹੇ ਨੇ। ਪਰ ਇੱਥੇ ਇੱਕ ਟੈਕਨੀਕਲ ਨੁਕਸ ਆ ਉਹਨਾਂ ਦਾ। ਉਹ ਨੁਕਸ ਕੀ ਹੈ ਕਿ ਉਹ ਉਹਨਾਂ ਨੂੰ ਬਚਾਉਂਦੇ ਕਿਤੇ ਨਾ ਕਿਤੇ ਦੀਪ ਸਿੱਧੂ ਦੇ ਵੀ ਡਿਫੈਂਸਿਵ ਉਹਨੂੰ ਵੀ ਡਿਫੈਂਸਿਵ ਹੋ ਜਾਂਦੇ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਦੀਪ ਸਿੱਧੂ ਦਾ ਬਹੁਤਿਆਂ ਨੂੰ ਪਤਾ ਨਹੀਂ ਹੈਗਾ। ਕਿ ਕਈ ਵੱਡੇ ਪੱਤਰਕਾਰਾਂ ਨੂੰ ਨੇ ਮੇਰੇ ਤੋਂ ਫੋਨ ਕਰਕੇ ਪੁੱਛਿਆ ਵੀ ਉਹਦਾ ਕੀ ਅੱਗਾ ਪਿੱਛਾ ਸੀ, ਕੀ ਸੀਗਾ। ਹੁਣ ਪੂਰੇ ਪ੍ਰੋਬਲਮ ਇਹ ਆ ਜਾਂਦੀ ਹੈ, ਇਹਦਾ ਐਨਾਲਿਸਿਸ ਐਂ ਕਰਨਾ ਬਣਦਾ। ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਆਪਣੇ ਉਹਨਾਂ ਮਿੱਤਰਾਂ ਨਾਲ ਜੋ ਇਸ ਤਰ੍ਹਾਂ ਦੀ ਸਟੈਂਡ ਲਿਆ ਹੋਇਆ ਜੀ। ਮੈਂ ਕਿਹਾ ਵੀ ਤੁਹਾਡਾ ਬਿਲਕੁਲ ਬਹੁਤ ਅੱਛਾ ਸਟੈਂਡ ਆ ਤੁਹਾਡਾ, ਮੈਂ ਸਿਫਤ ਕਰਦਾ ਵੀ ਤੁਹਾਡੇ ਵਰਗੇ ਵਿਦਵਾਨ ਹੋਣੇ ਚਾਹੀਦੇ ਨੇ ਜਿਹੜੇ ਘੱਟ ਗਿਣਤੀਆਂ ਦੀ ਐਂ ਰੱਖਿਆ ਕਰਨ। ਮੈਂ ਕਿਹਾ ਇਹਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਪੁਆਇੰਟ ਇਹ ਹੈਗਾ, ਇਹ ਬਿਲਕੁਲ ਠੀਕ ਹੈ ਵੀ ਸਟੇਟ ਨੇ ਕਰਵਾਇਆ, ਸਾਰਾ ਕੁਛ ਹੈਗਾ, ਪਰ ਜਿਵੇਂ ਤੁਸੀਂ ਦਲੀਲ ਦਿੰਦੇ ਹੋ ਨਾ ਵੀ ਝੰਡਾ ਲਾ ਦਿੱਤਾ ਤਾਂ ਮਤਲਬ ਕੋਈ ਚੱਕਰ ਨਹੀਂ, ਠੀਕ ਹੈ, ਪਰ ਇਹਦੇ ਵਿੱਚ ਇੱਕ ਪ੍ਰੋਬਲਮ ਆ ਵੀ ਇੱਕ ਆਹ ਵੀ ਚੀਜ਼ ਧਿਆਨ ਰੱਖਣੀ ਬਣਦੀ ਹੈ ਵੀ ਜਦੋਂ ਕੋਈ ਫੋਰਸ ਐਕਸ਼ਨ ਕਰਦੀ ਹੈ, ਉਹ ਫੋਰਸ ਜਿਹੜਾ ਹੈਗਾ ਐਕਸ਼ਨ ਕਰਕੇ ਕਿਹੜੀ ਜਮਾਤ ਦਾ ਪ੍ਰਵਚਨ ਦੀ ਪੂਰਤੀ ਕਰਦੀ ਹੈ। ਕੀ ਮਤਲਬ ਮੰਨ ਲਓ ਕਿ ਮੈਂ ਕੋਈ ਐਕਸ਼ਨ ਕਰ ਰਿਹਾ, ਮੈਂ ਕੋਈ ਕੰਮ ਕੀਤਾ, ਮੇਰੇ ਕੰਮ ਨਾਲ ਫਾਇਦਾ ਜਿਹੜਾ ਹੈਗਾ ਉਹ ਕਿਸਾਨ ਵਰਗ ਨੂੰ ਹੋਊਗਾ ਜਾਂ ਸਰਕਾਰ ਨੂੰ ਹੋਊਗਾ। ਅੱਛਾ, ਹੁਣ ਆ ਜਾਂਦੇ ਆ ਕਿਸਾਨ ਵਰਗ ਦਾ ਕੀ ਪ੍ਰਵਚਨ ਸੀਗਾ। ਕਿਸਾਨ ਵਰਗ ਦਾ ਪ੍ਰਵਚਨ ਸੀ ਕਿ ਅਸੀਂ ਆਪਣੇ ਮੁੱਦਿਆਂ ਲਈ ਲੜ ਰਹੇ ਹਾਂ, ਅਸੀਂ ਜਿਹੜਾ ਹੈਗਾ ਅਸੀਂ ਆਪਣੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੜ ਰਹੇ ਹਾਂ। ਸਾਡਾ ਕੋਈ ਜਿਹੜਾ ਹੈਗਾ ਇਸ ਤਰ੍ਹਾਂ ਦੀ ਵੱਖਵਾਦੀ ਧਿਰ ਨਾਲ ਲੈਣਾ ਦੇਣਾ ਨਹੀਂ। ਅਸੀਂ ਸਾਰੇ ਕਿਸਾਨ ਜਿਹੜੇ ਹੈਗੇ ਸਾਰੇ ਧਰਮਾਂ ਦੇ ਹੈਗੇ ਆ, ਪੂਰੇ ਪੰਜਾਬ ਦਾ ਸਾਰਾ ਕਲਚਰ ਆ, ਪਰ ਸਾਡਾ ਜਿਹੜਾ ਮੇਨ ਇਸ਼ੂ ਅਸੀਂ ਰਲ ਕੇ ਹਿੰਦੂ ਮੁਸਲਮਾਨ ਸਿੱਖ ਭਾਈ ਆਪਦੇ ਨਾ ਇਹ ਹੱਕਾਂ ਲਈ ਲੜ ਰਹੇ ਹਾਂ। ਅਸੀਂ ਸਿਰਫ ਕਿਸਾਨਾਂ ਲਈ ਨਹੀਂ ਲੜ ਰਹੇ, ਅਸੀਂ ਰੋਟੀ ਖਾਣ ਵਾਲਿਆਂ ਦੇ, ਅੰਨ ਖਾਣ ਵਾਲਿਆਂ ਦੇ ਹੱਕਾਂ ਲਈ ਲੜ ਰਹੇ ਹਾਂ। ਇਹ ਸੀਗਾ ਕਿਸਾਨਾਂ ਦਾ ਪ੍ਰਵਚਨ। ਹੁਣ ਅਸੀਂ ਸਰਕਾਰ ਦਾ ਕਿਹੜਾ ਪ੍ਰਵਚਨ ਸੀ? ਇਹ ਤਾਂ ਹੈਗੇ ਨੇ ਜੀ ਖਾਲਿਸਤਾਨੀ, ਇਹਨਾਂ ਨੇ ਤਾਂ ਜੀ ਦਿੱਲੀ ਉੱਤੇ ਕਰ ਲੈਣਾ ਕਬਜ਼ਾ। ਇਹਨਾਂ ਨੇ ਤਾਂ ਜੀ ਦੇਖੋ ਗੁਰਪਤਵੰਤ ਪੰਨੂ ਕਹਿੰਦਾ ਵੀ ਜਿਹੜਾ ਉੱਥੇ ਕੇਸਰੀ ਝੰਡਾ ਲਹਿਰਾਊਗਾ ਉਹਨੂੰ ਇੰਨੇ ਰੁਪਏ ਦਊਗਾ, ਠੀਕ ਹੈ। ਤੇ ਹੁਣ ਜਦੋਂ
ਇਹ ਸਿੱਧੂ ਐਂਡ ਕੰਪਨੀ ਚਲੀ ਗਈ, ਲਾਲ ਕਿਲੇ ਪਹੁੰਚ ਗਈ, ਇੱਕ ਤਾਂ ਹਲਾ ਕਰਨ ਲੱਗੀ, ਇੱਕ ਤਾਂ ਹੋ ਗਿਆ ਕਿ ਦੇਖੋ ਜੀ ਦਿੱਲੀ ਤੇ ਕਬਜ਼ਾ ਕਰਨ ਆ ਗਏ ਇਹ ਲੋਕ, ਤੇ ਲਾਲ ਕਿਲੇ ਪਹੁੰਚ ਕੇ ਝੰਡਾ ਵੀ ਲਾ ਦਿੱਤਾ, ਦੇਖੋ ਜੀ ਗੁਰਪਤਵੰਤ ਨੂੰ ਵੀ ਕਹਿੰਦਾ ਸੀਗਾ ਉਹੀ ਕੰਮ ਕਰ ਦਿੱਤਾ। ਹੁਣ ਮੈਨੂੰ ਇਹ ਦੱਸੋ, ਇਹ ਕੰਮ ਕਰਕੇ ਇਹ ਕਿਸਾਨਾਂ ਵਾਲਾ ਪ੍ਰਵਚਨ ਪੂਰਾ ਹੋਇਆ ਜਾਂ ਸਰਕਾਰ ਦਾ ਹੋਇਆ? ਸਰਕਾਰ ਦਾ ਹੋਇਆ। ਅੱਛਾ, ਸਰਕਾਰ ਜਦੋਂ ਸਰਕਾਰ ਦਾ ਹੋ ਗਿਆ ਤਾਂ ਇਹ ਮੰਨ ਲਿਆ, ਫਿਰ ਉਸ ਤੋਂ ਬਾਅਦ ਸਰਕਾਰ ਇਸੇ ਨੂੰ ਬਹਾਨਾ ਬਣਾ ਕੇ ਉਸ ਇਲਾਕੇ ਦੇ ਇੰਟਰਨੈਟ ਬੰਦ ਕਰ ਦਿੰਦੀ ਆ ਸਿੰਧੂ ਬਾਰਡਰ ਤੇ। ਉਹ ਜਦ ਆਪਣੇ ਪਿਛਲੇ 2 ਦਿਨਾਂ ਚ ਆਪਣੇ ਗੁੰਡਿਆਂ ਨੂੰ ਕਦੇ ਗਾਜ਼ੀਪੁਰ ਬਾਰਡਰ ਤੇ ਲੈ ਜਾਂਦੀ ਆ, ਕਦੇ ਐਸਪੀ ਸਿੰਘੂ ਤੇ ਆਏ, ਇਹ ਕਹਿ ਕੇ ਜੀ ਅਸੀਂ ਲੋਕਲ ਲੋਕ ਆ, ਤੇ ਲੋਕਲ ਲੋਕ ਤੰਗ ਹੋਏ ਨੇ ਇਹਨਾਂ ਦੇ ਸੰਘਰਸ਼ ਤੋਂ ਬੰਦ ਕਰਾਉਣਾ ਚਾਹੁੰਦੇ ਆ ਵੀ 2 ਮਹੀਨੇ ਤੰਗ ਨਾ ਹੋਏ ਲੋਕ ਨੇ, ਤੇ ਹੁਣ ਕਿਉਂ ਬੰਦ ਹੋ ਗਏ? ਹੁਣ ਕਿਉਂ ਹੋ ਗਏ? ਕਿਉਂਕਿ ਹੁਣ ਇੱਕ ਘਟਨਾ ਵਾਪਰੀ ਸੀਗੀ, ਇਹਦੇ ਵਿੱਚੋਂ ਲੋਕਾਂ ਨੂੰ ਉਕਸਾਇਆ ਵੀ ਗਿਆ ਕਿ ਦੇਖੋ ਬਈ ਹੋ ਸਕਦਾ ਵੀ 90% ਬੰਦੇ RSS ਬਜਰੰਗ ਦਲ ਦੇ। ਇਹਦਾ ਵੈਸੇ ਇੱਕ ਚੀਜ਼ ਤਾਂ ਕਲੀਅਰ ਹੈ ਨਾ, ਤੁਸੀਂ ਨੋਟ ਕਰ ਲਓ, ਆਪਾਂ ਭਾਵੇਂ ਪੁਰਾਣੇ ਚਲੇ ਜਾਓ, ਅੱਜ ਦੀ ਗੱਲ ਨਹੀਂ ਹੈ, ਠੀਕ ਹੈ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਪੰਜਾਬ ਤੇ ਸਿੱਖਾਂ ਦੀ ਤਾਰੀਫ ਕਰਨੀ ਇਹਨਾਂ ਨੂੰ, ਪਰ ਡੇ 1 ਤੋਂ ਇੱਕ ਪੋਰਟਰੇਟ ਕੀਤਾ ਗਿਆ ਕਿ ਮੁਸਲਮਾਨ ਤੇ ਸਿੱਖ ਵੱਖਵਾਦੀ ਨੇ। ਬਿਲਕੁਲ ਠੀਕ ਹੈ, ਕਿਉਂਕਿ ਉਹ ਤਾਂ ਅੱਜ ਵੀ ਕਹਿ ਦਿੰਦੇ ਆ, ਮੇਰੇ ਨਾਲ ਕਈਆਂ ਨਾਲ ਗੱਲ ਹੁੰਦੀ ਹੈ, ਕਹਿੰਦੇ ਜਦੋਂ ਪਾਕਿਸਤਾਨ ਬਣਾ ਦਿੱਤਾ ਇੱਥੇ ਕਾਹਦੇ ਲਈ ਰੁਕੇ? ਹਿੰਦੂ ਕਈ ਜਿਹੜੇ ਉਹ ਕਹਿੰਦੇ ਜੀ ਕਿਉਂ ਰੁਕੇ ਜਦੋਂ ਉਹਨਾਂ ਦੀ ਪਾਕਿਸਤਾਨ ਬਣਾ ਦਿੱਤਾ ਸੀ? ਇਹਦਾ ਮਤਲਬ ਗੱਲ ਸਾਨੂੰ ਵੀ ਸੁਣਾ ਰਿਹਾ ਸੀ ਵੀ ਤੁਹਾਡੇ ਲੀਡਰਾਂ ਨੇ ਨਹੀਂ ਲਿਆ, ਉਹ ਤੁਹਾਡੀ ਨਲਾਇਕੀ ਹੈ, ਤੁਸੀਂ ਵੀ ਲੈ ਲੈਂਦੇ। ਇੱਕ ਜਿਹੜਾ ਹਿੰਦੂਤਵ ਦਾ ਸਿਧਾਂਤ ਤਾਂ ਹੁੰਦਾ ਨਾ, ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਵਿਨਾਇਕ ਦਾਮੋਦਰ ਸਾਵਰਕਰ ਹੈ ਨਾ, ਜਦੋਂ ਆਪਣੀ ਕਿਤਾਬ ਲਿਖਦਾ ਹੈਗਾ ਹਿੰਦੂਤਵ ਲਿਖਦਾ ਨਾ, ਹਿੰਦੂਤਵ ਲਿਖਦਾ, ਹਾਂ, ਉਹਦੇ ਵਿੱਚ ਉਹ ਇੱਕ ਜ਼ਿਕਰ ਕਰਦਾ ਤੁਸੀਂ ਹੈਰਾਨ ਹੋਗੇ ਵੀ ਕੀ ਇਹ ਬੰਦਾ ਸੱਚ ਬੋਲ ਰਿਹਾ। ਉਹਦੇ ਵਿੱਚ ਨਾ ਉਹ ਜਦੋਂ ਹਿੰਦੂ ਨੇਸ਼ਨ ਦੀ ਥਿਊਰੀ ਦਿੰਦਾ ਨਾ, ਤੇ ਵੀ ਹਿੰਦੂ ਤੇ ਸਿੱਖ, ਹਿੰਦੂ ਤੇ ਮੁਸਲਮਾਨ 2 ਅੱਡ ਕੌਮਾਂ ਹੈਗੀਆਂ ਨੇ, ਉਹਦੇ ਵਿੱਚ ਗਾਹੇ ਜਿਹੜਾ ਸਿੱਖ ਅੰਦਰ ਖਾਤੇ ਇੱਕ ਥਿਊਰੀ ਚੱਲੀ ਜਾ ਰਹੀ ਸੀ ਨਾ ਸਿੱਖ ਦੀ, ਉਹ ਸਿੱਖੀਜ਼ਮ ਦੀ ਵੀ ਸਿਫਤ ਕਰ ਰਿਹਾ ਹੈਗਾ, ਕਿਉਂਕਿ ਜਦੋਂ ਕਿਸੇ ਜਿਹੜਾ ਫਾਸਿਸਟ ਨੇ ਨਾ ਇੱਕ ਕੌਮ ਧਰਮ ਦੇ ਆਧਾਰ ਤੇ ਕੌਮਾਂ ਵੱਖਰੀਆਂ ਕਰਨੀਆਂ ਹੁੰਦੀਆਂ, ਉਹ ਦੂਜੀ ਕੌਮ ਨੂੰ ਵੀ ਵੱਖਰਾ ਕਰਕੇ ਦੇਖੂਗਾ ਕਿਉਂਕਿ ਉਹਨੂੰ ਉਨੀ ਊਰਜਾ ਮਿਲੂਗੀ ਉਹ ਬੰਦੇ ਨੂੰ। ਉਹਦਾ ਵੀ ਬਹੁਤ ਹਲਕਾ ਜਿਹਾ ਜ਼ਿਕਰ ਕੀਤਾ ਹੋਇਆ ਉਹਨੇ ਉਸ ਕਿਤਾਬ ਦੇ ਵਿੱਚ, ਪਰ ਉਹ ਜ਼ਿਕਰ ਕੀਤਾ ਹੋਇਆ ਹੈਗਾ ਵਿਨਾਇਕ ਦਾਮੋਦਰ ਸਾਵਰਕਰ ਨੇ। ਤੇ ਉਦੋਂ ਬਾਅਦ ਵਿੱਚ ਫਿਰ ਇਹਨਾਂ ਦੀ ਪਾਲਿਸੀ ਸਮੇਂ ਤੇ ਦੋਗਲੀ ਰਹਿੰਦੀ ਹੈ, ਇੱਕ ਦੋਗਲੀ ਰਹਿੰਦੀ ਵੀ ਸਿੱਖਾਂ ਨੂੰ, ਸਿੱਖ ਜਦੋਂ ਤਾਂ ਆਪਣੇ ਵੱਖਰੇਪਨ ਦੀ ਕਿਸੇ ਵੱਖਰਾ ਧਰਮ ਉਦੋਂ ਤਾਂ ਸਾਡੇ ਨਹੀਂ ਆਪਣੇ ਇਹ RSS ਵਗੈਰਾ ਦੀ, ਕਿਉਂਕਿ ਦੇਖੋ ਆਪਾਂ ਇਹ ਤੇ ਅੱਗੇ ਚੱਲਾਂਗੇ, ਇਹਨੂੰ ਕੁਛ ਆਪਾਂ ਜਿਹੜੀ ਪੂਰੀ ਵਾਲੀ ਮੱਠ ਆ ਉਹਦੇ ਬਾਰੇ ਵੀ ਗੱਲਬਾਤ ਕਰਕੇ ਨਾਲ ਜੋੜਾਂਗੇ ਕੁਛ ਗੱਲਾਂ, ਪਰ ਇੱਕ ਕਾਲ ਲੈ ਲਈਏ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਜਸਵਿੰਦਰ ਸਿੰਘ, ਮੇਰਾ ਪਿੰਡ ਧੂੜਕੋਟ ਸਰ, ਜ਼ਿਲ੍ਹਾ ਲੁਧਿਆਣਾ। ਜੀ ਵੈਲਕਮ ਜੀ ਸਰ। ਮੈਂ ਅੱਜ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਪਲੀਜ਼ ਕੁਝ ਮੈਨੂੰ ਟਾਈਮ ਮਿਲ ਸਕਦਾ? ਹਾਂਜੀ ਬਿਲਕੁਲ ਸਰ, ਜਿਹੜਾ ਕੁਝ ਵੀ ਉੱਥੇ ਹੋ ਰਿਹਾ ਉਹ ਅੱਜ ਇੱਕ ਸਿੱਖੀ ਦੇ ਸਿਧਾਂਤਾਂ ਲਈ ਨਹੀਂ ਹੋ ਰਿਹਾ, ਉਹ ਕਿਸਾਨੀ ਲਈ ਹੋ ਰਿਹਾ। ਮੈਂ ਇੱਕ ਫਾਰਮਰ ਆ, ਮੈਂ ਸਿੱਖ ਵੀ ਆ, ਮੈਂ ਬੌਰਨ ਸਿੱਖ ਆ, ਮੈਂ ਜੰਮਿਆ ਸਿੱਖ ਆ, ਮੇਰੇ ਦਾਦਾ ਸਿੱਖ ਸੀ, ਮੈਂ ਵੀ ਸਿੱਖ ਆ, ਪਰ ਮੈਂ ਅੱਜ ਕਿਸਾਨੀ ਲਈ ਲੜ ਰਹੇ ਹਾਂ ਉੱਥੇ ਜੀ। ਆਪਾਂ ਉਹ ਸਿੱਖਾਂ ਵਾਲੀਆਂ ਗੱਲਾਂ ਲੜਾਈ ਆਪਾਂ ਦੁਬਾਰਾ ਲੜ ਲਾਂਗੇ ਪਲੀਜ਼। ਦੇਖੋ, ਚਾਹੇ ਮੇਰੇ ਨਾਲ ਕੁਝ ਨਹੀਂ ਕਰਨਗੇ, ਮੇਰੀਆਂ ਗੱਲਾਂ ਨੂੰ ਲੋਕ ਮੇਰੀਆਂ ਗੱਲਾਂ ਨੂੰ ਨਹੀਂ ਚੰਗਾ ਮੰਨਣਗੇ, ਪਰ ਮੈਂ ਚਾਹੁੰਦਾ ਵੀ ਆਪਾਂ ਅੱਜ ਇੱਕ ਕਿਸਾਨੀ ਦੀ ਲੜਾਈ ਲੜ ਰਹੇ ਹਾਂ, ਕਿਉਂਕਿ ਮੈਂ ਇੱਕ ਕਿਸਾਨ ਆ ਭਰਾ ਜੀ, ਮੇਰੀ ਉਮਰ 42 ਸਾਲ ਆ, ਮੈਂ ਆਪਦੀ 6 ਕਿੱਲਿਆਂ ਦੀ ਏਕੜ ਤੇ ਖੇਤੀ ਕਰਦਾ, ਮੈਂ ਬੱਚੇ ਪਾਲਦਾ ਵਾਂ, ਪਰ ਮੈਨੂੰ ਫਿਊਚਰ ਮੇਰਾ ਧੁੰਦਲਾ ਦਿਖ ਰਿਹਾ ਵਾ। ਕਿਉਂਕਿ ਜੇ ਅੱਜ ਆਪਾਂ ਸਿੱਖੀ ਦਾ ਵਿੱਚ ਮੁੱਦਾ ਵਿੱਚ ਵਸਾ ਲਿਆ ਤਾਂ ਆਪਣਾ ਜਿਹੜਾ ਮੇਨ ਆਪਣੀ ਜਿਹਦੇ ਤੇ ਆਪਾਂ ਜਿਉਣਾ ਵਾ, ਜੇ ਆਪਾਂ ਜਿਉਂਦੇ ਰਹਾਂਗੇ ਤਾਂ ਹੀ ਆਪਾਂ ਸਿੱਖ ਰਹਾਂਗੇ ਜੀ। ਬਿਲਕੁਲ, ਜੇ ਆਪਾਂ ਮਰੀ ਗਏ ਫਿਰ ਆਪਾਂ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਹਿੰਦੂ ਆ, ਜੋ ਮਰਜੀ ਹੈ, ਬਿਲਕੁਲ ਤੁਹਾਡੀ ਜੇਬ 'ਚ ਨਹੀਂ ਹੈਗਾ ਕੁਝ ਵੀ, ਫਾਇਦਾ ਕੀ ਉਹਦਾ? ਹਾਂ, ਕੁਝ ਵੀ ਆ, ਬਟ ਜੋ ਗੱਲ ਆ ਵੀ ਅੱਜ ਆਪਣੀ ਨਾ ਆਪਣੀ ਹੋਂਦ ਵੱਖਰੀ ਗੱਲ ਆ। ਚਲੋ ਸਿੱਖਾਂ ਦੀ ਆਪਾਂ ਪ੍ਰਮਾਤਮਾ ਦੇਖੋ ਘੋੜਿਆਂ ਦੀਆਂ ਕਾਠੀਆਂ ਤੇ ਛੋਲੇ ਖਾ ਕੇ ਗੁਜ਼ਾਰਾ ਕੀਤਾ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸੀ, ਆਪਾਂ ਤਾਂ ਉਦੋਂ ਨਹੀਂ ਖਤਮ ਹੋਏ, ਹੁਣ ਤਾਂ ਆਪਾਂ ਖਤਮ ਕੀ ਹੋਣਾ ਵਾ, ਹੁਣ ਨਹੀਂ ਆਪਾਂ ਖਤਮ ਹੋ ਸਕਦੇ, ਕਿਉਂਕਿ ਹੁਣ ਆਪਾਂ ਪੜ੍ਹ ਲਿਖ ਗਏ ਆ, ਆਪਣੇ ਭਰਾ, ਆਪਣੇ ਬੇਟੀਆਂ, ਆਪਣੀਆਂ ਭੈਣਾਂ ਵਕੀਲ ਨੇ, ਆਪਣੇ ਜੱਜ ਨੇ, ਆਪਾਂ ਬਹੁਤ ਦੂਰ ਤੱਕ ਚਲੇ ਗਏ ਆ, ਹੁਣ ਆਪਾਂ ਨਹੀਂ ਖਤਮ ਹੋ ਸਕਦੇ। ਪਰ ਹੁਣ ਗੱਲਾਂ ਆਪਾਂ ਨੂੰ ਭਰਾ ਜੀ ਉੱਥੋਂ ਉੱਠ ਕੇ ਨਾ ਥੋੜਾ ਜਿਹਾ ਲੋਕਾਂ ਦੀ ਲੁਕਾਈ ਵੱਲ ਜਾਣਾ ਚਾਹੀਦਾ, ਬਾਬਾ ਨਾਨਕ ਦੀ ਜੋ ਸਰਬ ਸਾਂਝੀ ਵਾਲਤਾ ਵਾ ਉਹਦੇ ਵਿੱਚ ਜਾਣਾ ਚਾਹੀਦਾ ਵਾ। ਅੱਜ ਆਪਾਂ ਕਿਸਾਨੀ ਮੋਰਚੇ ਦੇ ਵਿੱਚ ਬੈਠੇ ਆ, ਜੋ ਦੇਖੋ ਉੱਥੇ ਜੋ ਕੁਝ ਵੀ ਹੋ ਰਿਹਾ ਵਾ ਉਹ ਕਿਸਾਨਾਂ ਨਾਲ ਹੀ ਹੋ ਰਿਹਾ ਵਾ। ਉਹ ਕਿਸਾਨ ਕੋਈ ਧਰਮ ਨਹੀਂ ਹੁੰਦਾ, ਕਿਸਾਨੀ ਦਾ ਕੋਈ ਧਰਮ ਨਹੀਂ ਹੁੰਦਾ, ਕਿਸਾਨ ਇਸੇ ਕਰਕੇ ਸਾਰੇ ਜੁੜੇ ਸੀ ਨਾ ਜੀ, ਇਸੇ ਕਰਕੇ ਹੀ ਸਾਰੇ ਜੁੜੇ ਸੀ।
ਬਿਲਕੁਲ। ਪਰ ਜੋ ਵੀ ਕੁਝ ਹੋਇਆ, ਜੋ ਕਰਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ, ਮੇਰਾ ਉਹਦੇ ਨਾਲ ਬਹੁਤ ਦਿਲ ਨੂੰ ਮੇਰੇ ਨੂੰ ਸੱਟ ਲੱਗੀ ਆ। ਚਲੋ ਤੁਹਾਡੇ ਕੁਝ ਖਿਆਲ ਹੋਰ ਹੋ ਸਕਦੇ ਨੇ। ਲਾਲ ਕਿਲੇ ਤੇ ਆਪਾਂ ਨਿਸ਼ਾਨ ਸਾਹਿਬ ਲਵਾਉਣਾ ਆਪਣੀ ਕੋਈ ਵੱਡੀ ਜਿੱਤ ਨਹੀਂ ਹੈਗੀ। ਉਹ ਆਪਾਂ ਬਾਅਦ ਦੇ ਵਿੱਚ ਵੀ ਲਾ ਸਕਦੇ ਸੀ ਜਾ ਕੇ। ਉਹ ਜਿਹੜੀਆਂ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਉਹਨੂੰ ਮੋਟੀਵੇਟ ਕਰਕੇ ਉੱਥੇ ਲੈ ਕੇ ਗਈਆਂ, ਆਪਣੇ ਸੰਘਰਸ਼ ਨੂੰ ਤਾਰ-ਪੀੜੋ ਕੀਤਾ। ਆਪਣੇ ਬਜ਼ੁਰਗ ਉੱਥੇ ਬੈਠੇ ਨੇ। ਭਰਾ ਜੀ, ਮੀਂਹ ਪੈਂਦੇ ਦੇ ਵਿੱਚ ਮੇਰਾ ਪਿੰਡ ਧੂਲਕੋਟ ਆ ਸਰ, ਮੈਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਅਸੀਂ ਦੁੱਧ ਲੈ ਕੇ ਜਾਂਦੇ ਰਹੇ ਹਾਂ, ਉੱਥੇ ਸੇਵਾ ਜਾ ਕੇ ਲੈ ਕੇ ਜਾਂਦੇ ਰਹੇ ਹਾਂ, ਹੁਣ ਵੀ ਲੈ ਕੇ ਜਾਂਦੇ ਹਾਂ, ਉੱਥੇ ਰਹਿ ਕੇ ਆਇਆ। ਉਹ ਜਦੋਂ ਮੀਂਹ ਪਿਆ ਨਾ ਉੱਥੇ, ਤੁਸੀਂ ਸੱਚ ਜਾਣੇ ਹੋ, ਆਪਾਂ ਘਰਾਂ 'ਚ ਆਪਣੀ ਜ਼ਿੰਦਗੀ ਨੂੰ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਆ, ਪਰ ਉਹ ਲੋਕ ਉੱਥੇ ਟਰਾਲੀਆਂ 'ਚ ਬੈਠੇ ਸੀਗੇ, ਉਹਨਾਂ ਨੂੰ ਦੇਖ ਕੇ ਰੋਣਾ ਆਉਂਦਾ ਸੀ। ਮੈਂ ਮੱਥਾ ਟੇਕ ਕੇ ਆਇਆ ਉੱਥੇ ਜਾ ਕੇ। ਬੜੇ ਲੋਕਾਂ ਨੇ ਮੱਥਾ ਟੇਕਿਆ ਜੀ, ਬੜੇ ਲੋਕਾਂ ਨੇ ਮੱਥਾ ਟੇਕਿਆ। ਪਰ ਆਪਾਂ ਨਾ ਦੇਖੋ, ਉਹਨਾਂ ਦੀ ਮਿਹਨਤ ਕੀਤੀ ਨੂੰ ਆਪਾਂ ਰੋਲਣਾ ਨਹੀਂ। ਉਹ ਕਿਸਾਨੀ ਲਈ ਬੈਠੇ ਨੇ। ਜੇ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਮੈਂ ਅੱਜ ਮੇਰੀ ਗੱਲ ਸੁਣੋ, ਮੈਂ ਜੋ ਉਪਜ ਪੈਦਾ ਕਰਦਾ ਵਾਂ, ਮੇਰੀ ਅੱਜ ਉਪਜ ਸਰਕਾਰ ਖਰੀਦ ਰਹੀ ਆ 1900 ਰੁਪਏ ਦੇ ਪਰ ਕੁਆਂਟਲ ਦੇ ਹਿਸਾਬ ਨਾਲ। ਕਿਉਂ ਜੇ ਕਾਨੂੰਨ ਲਾਗੂ ਹੁੰਦੇ ਨੇ, ਮੇਰੀ ਉਪਜ ਜੋ ਮੈਂ ਪੈਦਾ ਕਰਨਾ ਵਾ ਉਹ ਇਹ 1000 ਜਾਂ 1100 ਰੁਪਏ ਤੱਕ ਕੁਆਂਟਲ ਤੱਕ ਖਰੀਦਣਗੇ ਜੀ। ਮੈਂ ਕਿੱਥੇ ਜਾਊਂਗਾ? ਮੈਂ ਕਦੋਂ ਸਿੱਖੀ ਸਰਵਾਈਵ ਕਰੂੰਗਾ ਜੇ ਮੇਰੇ ਕੋਲੇ ਮੇਰੇ ਬੱਚੇ ਨੂੰ ਪੜ੍ਹਾਉਣ ਜੋਗੇ ਪੈਸੇ ਹੋਣਗੇ ਜਾਂ ਮੇਰੀ ਮਾਂ-ਬਾਪ ਦੇ ਇਲਾਜ ਲਈ ਮੇਰੇ ਕੋਲ ਪੈਸੇ ਹੋਣਗੇ। ਮੈਂ ਤਾਂ ਹੀ ਸਿੱਖ ਕਹੂੰਗਾ ਆਪਣੇ ਆਪ ਨੂੰ। ਜੀ ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ। ਤੇ ਜੀ ਮਿਹਰਬਾਨੀ। ਆਪਾਂ ਦੇਖੋ, ਆਪਾਂ ਸਿੱਖਾਂ ਦੀ ਜੀ ਬਾਈ ਜੀ ਆਪਾਂ ਇੱਕ ਹੋਰ ਕਾਲਰ ਨੂੰ ਸਮਾਂ ਦੇ ਲਈਏ ਕਿਉਂਕਿ ਕਾਲ ਕਾਫੀ ਲੰਮੀ ਹੋ ਗਈ ਜੀ। ਹਾਂਜੀ WhatsApp ਤੇ ਹਰਪ੍ਰੀਤ ਜੀ। ਹਾਂਜੀ, ਥੈਂਕ ਯੂ ਜਾਣਨ ਵਾਲੇ ਸਭ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਔਰ ਇੱਕ ਗੱਲ ਮੈਂ ਨੋਟ ਹੋਰ ਕਰਦਾ ਜੀ ਕਿ ਦੇਖੋ, ਜਿਹੜੀ ਕੋਈ ਤੱਤੀ ਗੱਲ ਕਰਦੇ ਆ ਜਾਂ ਪੰਜਾਬ ਨਾਲ, ਵੈਸੇ ਜੇ ਇੱਕ ਚੀਜ਼ ਦੇਖਿਆ ਜਾਵੇ ਨਾ ਜੀ, ਜਿੰਨੇ ਕ ਆਪਣੇ ਮੈਂ ਇੱਕ ਹਿਸਾਬ ਨਾਲ ਦੇਖਦਾ ਵੀ ਜਿੱਥੇ ਵੀ ਭਾਰਤ ਦੇ ਵਿੱਚ ਚੰਗੀ ਜ਼ਮੀਨ ਜਾਇਦਾਦ ਆ ਨਾ, ਜ਼ਮੀਨ ਖਾਸ ਕਰਕੇ ਖੇਤੀ ਵਾਲੀ, ਉੱਥੇ ਜ਼ਿਆਦਾਤਰ ਸਿੱਖਾਂ ਦੇ ਕੋਲ ਹੀ ਹੈਗੀ ਹੈ ਨਾ, ਮਤਲਬ। ਹਾਂਜੀ, ਸਾਡਾ ਪੇਸ਼ਾ। ਔਰ ਜੇ ਕੋਈ, ਹਾਂਜੀ ਸਾਡਾ ਪੇਸ਼ਾ, ਔਰ ਜੇ ਕੋਈ ਬੰਦਾ ਪੰਜਾਬ ਤੋਂ ਹੋਰ ਸਟੇਟ 'ਚ ਮੂਵ ਹੁੰਦਾ, ਉਹ ਬਿਜ਼ਨਸ ਕਰਨ ਜਾਂਦਾ ਹਨਾ, ਮਤਲਬ ਇੰਡੀਆ ਦੀ ਸਟੇਟ ਦੀ ਗੱਲ ਕਰਦਾ। ਪਰ ਜੇ ਪੰਜਾਬ ਤੋਂ ਕਿਸੇ ਹੋਰ ਮੁਲਕ 'ਚ ਮੂਵ ਹੁੰਦਾ ਤਾਂ ਉਹ ਲੇਬਰ ਕਰਨ ਆਉਂਦਾ ਹਨਾ, ਮਤਲਬ ਇਹ ਜ਼ਾਹਰ ਆ। ਅਸੀਂ ਕਹਿੰਦੇ ਜੀ ਸ਼ਾਇਦ, ਤੇ ਪਰ ਜਿਹੜੀ ਜ਼ਿਆਦਾ ਗੱਲ ਉਠਾਉਂਦੇ ਆ ਉਹ ਬਾਹਰ ਬੈਠੇ ਉਠਾਉਂਦੇ ਆ ਜੀ, ਸਾਡੇ ਨਾਲ ਧੱਕਾ ਹੋ ਰਿਹਾ ਜਾਂ ਖਾਲਿਸਤਾਨ ਦੀ ਵਟਐਵਰ। ਜੇ ਧੱਕਾ ਹੋ ਰਿਹਾ ਵੀ ਤਾਂ ਪੰਜਾਬ ਤੋਂ ਬਾਹਰਲੇ ਸਿੱਖ ਕਿਉਂ ਨਹੀਂ ਇਹ ਚੀਜ਼ ਉਠਾਉਂਦੇ? ਕਿਉਂਕਿ ਬਾਹਰਲਿਆਂ ਦਾ ਨੁਕਸਾਨ ਨਹੀਂ ਹੋਣਾ ਜਿਹੜੇ ਸਾਡੇ ਵਰਗੇ ਕੈਨੇਡਾ ਅਮਰੀਕਾ ਬੈਠੇ ਆ, ਨੁਕਸਾਨ ਦਾ ਜਿਹੜੇ ਇੰਡੀਆ 'ਚ ਬੈਠੇ ਉਹਨਾਂ ਦਾ ਹੋਣਾ, ਠੀਕ ਆ ਨਾ, ਉਹ ਨਹੀਂ ਉਠਾਉਂਦੇ ਇਹ ਆਵਾਜ਼। ਪਰ ਇੱਥੋਂ ਵਾਲਿਆਂ ਨੂੰ ਇਹ ਫਿਕਰ ਲੱਗਿਆ ਰਹਿੰਦਾ। ਮੈਂ ਦਾਨੇ ਵਾਲੇ ਸਾਹਿਬ ਆਪਦੇ ਤੇ ਮੈਂ ਦੱਸਦਾ ਇੱਕ ਗੱਲ ਕਿ ਮੈਂ ਕੈਨੇਡਾ ਆਇਆ 2009 ਦੇ ਵਿੱਚ, ਆ ਕੇ ਮੈਂ ਤੋਂ 1-2 ਰੇਡੀਓ ਸੁਣਨ ਲੱਗ ਪਿਆ। 1.5 ਸਾਲ ਦੇ ਵਿੱਚ ਮੈਂ ਨਾਰਮਲ ਆਇਆ, ਕੋਈ ਯਾਦ ਹੀ ਨਹੀਂ ਪੰਜਾਬ ਰਹਿੰਦਾ, ਕਿਸੇ ਨੂੰ ਇਹ ਚੀਜ਼ਾਂ ਯਾਦ ਹੀ ਨਹੀਂ ਹੁੰਦੀਆਂ ਜਿਹੜਾ ਇੱਥੇ ਪ੍ਰਚਾਰਿਆ ਜਾਂਦਾ ਹਨਾ। 1.5 ਸਾਲ ਦੇ ਵਿੱਚ ਮੇਰੇ ਤੇ ਇੰਨਾ ਕੁ ਅਸਰ ਹੋ ਗਿਆ, ਮੈਨੂੰ ਐਂ ਲੱਗਣ ਲੱਗ ਪਿਆ ਵੀ ਜਿਹੜਾ ਸਾਡਾ ਆੜਤੀਆ ਹਿੰਦੂ ਉਹ ਵੀ ਸਾਡਾ ਦੁਸ਼ਮਣ ਆ, ਸਾਡੇ ਘਰੇ ਦੁੱਧ ਲਿਜਾਣ ਵਾਲਾ ਹਿੰਦੂ ਉਹ ਵੀ ਸਾਡਾ ਦੁਸ਼ਮਣ ਆ, ਠੀਕ ਆ। ਮੇਰੇ ਅੰਦਰ ਇੱਕ ਇਨਸਿਕਿਉਰਿਟੀ ਪੈਦਾ ਹੋ ਗਈ। ਮੈਂ ਇਵਨ ਘਰਦਿਆਂ ਨੂੰ ਕਹਿਣ ਲੱਗ ਪਿਆ ਵੀ ਆਪਾਂ ਨੂੰ 1-2 ਹਜ਼ਾਰ ਹੋਰ ਰੱਖਣੇ ਚਾਹੀਦੇ, ਪਤਾ ਨਹੀਂ ਕਿੰਨਾ ਖਤਰਾ। 1.5 ਸਾਲ ਬਾਅਦ ਮੈਂ ਪੰਜਾਬ ਗਿਆ, ਸਾਰਾ ਕੁਝ ਨਾਰਮਲ ਲੱਗਿਆ, ਠੀਕ ਆ। ਉਦੋਂ ਬਾਅਦ ਐਵਰੀ ਈਅਰ ਪੰਜਾਬ ਜਾਂਦੇ ਆ, ਕੋਈ ਫਰਕ ਨਹੀਂ ਲੱਗਦਾ, ਉਹੀ ਕਦੇ ਲੱਗਦਾ ਹੀ ਨਹੀਂ। ਸਾਰੇ ਇੱਕ ਵਧੀਆ ਜ਼ਿੰਦਗੀ ਜਿਉਂਦੇ ਆ। ਜੇ ਹੋਰ ਸਟੇਟਾਂ ਜਾਈਦਾ ਉੱਥੇ ਤਾਂ ਸਗੋਂ ਵੇਖ ਕੇ ਹੋਰ ਵੀ ਮਨ ਖੁਸ਼ ਹੁੰਦਾ ਕਿ ਤਕੜੇ ਸਰਦਾਰ ਸਾਡੇ ਬਾਹਰ ਮੁਰੱਬਿਆਂ ਦੇ ਮਾਲਕ ਰਾਜਸਥਾਨ 'ਚ ਕਿੰਨੇ ਬੈਠੇ ਆ। ਤੁਸੀਂ ਰਾਜਸਥਾਨ ਦੇ ਵਿੱਚ ਆਪਣੇ ਹੁਣ ਯੂਪੀ ਤੋਂ ਆਏ ਨੇ ਬੜੇ। ਜੇ ਆਪਾਂ ਗੱਲ ਕਰੀਏ ਉੱਤਰਾਖੰਡ ਤੋਂ, ਹੌਸਲੇ ਉਹਨਾਂ ਦੇ ਕਿੰਨੇ ਬੁਲੰਦ ਸੀ। ਜੋ ਯੂਪੀ ਦੀ ਬੀਜੇਪੀ ਸਰਕਾਰ ਨਾਲ ਮੱਥਾ ਲਾ ਕੇ ਨੰਗੇ ਨੇ, ਉਹ ਐਵੇਂ ਤਾਂ ਨਹੀਂ ਨੰਗੇ। ਦਾਨੇ ਵਾਲੇ ਸਾਹਿਬ, ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਯੂਪੀ 'ਚ ਕੁਝ ਸਾਡੇ ਬੰਦੇ ਬੈਠੇ ਹੈਗੇ ਆ ਉੱਥੇ, ਔਰ ਇੱਕ ਰਾਜਸਥਾਨ 'ਚ ਹਨੂਮਾਨਗੜ੍ਹ ਦੇ ਕੋਲੇ ਮੈਂ ਖੁਦ ਦੇਖੇ ਹੈਗੇ ਆ, ਜਿਹੜੇ ਲੋਕਲ MLA ਆ, ਉਹਨਾਂ ਦੇ ਜਦੋਂ ਕੋਈ ਖੰਡ ਪਾਠ ਵਗੈਰਾ, ਉਹ ਦਰੀਆਂ ਵਿਛਾ ਰਹੇ ਆ ਨਾਲ। ਲੋਕਲ ਸਾਡੇ ਲੋਕਾਂ ਦੀ ਇੰਨੀ ਮਤਲਬ ਉੱਥੇ ਹੈਗੀ ਆ ਕਿ ਲੋਕਲ MLA ਆ। ਪੰਜਾਬ ਵਾਲੇ ਤਾਂ 10-12 ਗਨਮੈਨ ਲੈ ਕੇ ਆਉਂਦੇ, ਬਾਕੀ ਸਟੇਟਾਂ 'ਚ ਇਹ ਚੀਜ਼ਾਂ ਅਜੇ ਹੈ ਨਹੀਂ ਗੀਆਂ, ਐਡਾ ਕਲਚਰ ਹੈ ਨਹੀਂ ਹਨਾ। ਉਹ ਤੁਹਾਡੀ ਇਸ ਤਰ੍ਹਾਂ ਸੇਵਾ ਕਰ ਰਹੇ ਹੈਗੇ ਆ। ਸੋ ਇਸ ਚੀਜ਼ ਦਾ ਬਹੁਤ ਵੱਡਾ ਅਸਰ ਹੁੰਦਾ ਹੈਗਾ ਇੱਥੇ ਵੀ, ਤੇ ਉਹ ਲੋਕਲ ਚੀਜ਼ ਤੁਹਾਡੇ ਦਿਮਾਗ 'ਚ ਏਦਾਂ ਭਰ ਦਿੱਤੀ ਜਾਂਦੀ ਆ ਕਿ ਮੈਂ ਘਰਦਿਆਂ ਨੂੰ ਕਹਿ ਰਹਾ ਜਦ ਕਿ ਮੈਂ 28-29 ਸਾਲ ਦਾ ਹੋ ਕੇ ਇੱਥੇ ਆਇਆ ਹੈਗਾ ਹਨਾ। ਮਤਲਬ ਮੇਰੇ ਲਈ ਇੱਕ ਇੰਨਾ ਡਰ ਪੈਦਾ ਹੋ ਗਿਆ। ਸੋ ਇਹਦੇ ਕਰਕੇ ਵੀ ਜਿਹੜਾ ਸਾਡੇ ਅੰਦਰ ਇੱਥੇ ਵੀ ਜਿਹੜੀਆਂ ਚੀਜ਼ਾਂ ਪੈਦਾ ਕੀਤੀਆਂ ਜਾਂਦੀਆਂ ਨਾ, ਉਹ ਕਦੇ ਨਾ ਕਦੇ ਜਿਹੜੀ ਆ ਉਹ ਬਹੁਤ ਜ਼ਿਆਦਾ ਲੈਵਲ ਤੇ ਇੱਥੇ ਜਦੋਂ ਪ੍ਰਚਾਰ ਹੁੰਦਾ, ਹੁਣ ਬਹੁਤ ਘਟ ਗਿਆ ਵੈਸੇ,
ਪਰ ਉਹ ਕਿਤੇ ਨਾ ਕਿਤੇ ਆਮ ਪਰ ਹੁਣ ਬੰਦੇ ਤੇ ਘੱਟ ਇਸ ਅਸਰ ਕਰਕੇ ਜ਼ਰੂਰ ਗਿਆ ਹੁਣ ਕਰਦਾ ਜੀ। ਸੋਸ਼ਲ ਮੀਡੀਆ ਤੇ ਕੰਮ ਸ਼ੁਰੂ ਹੋ ਗਿਆ ਜੀ। ਹਾਂਜੀ, ਹਜੇ ਕਿਤੇ ਨਾ ਕਿਤੇ ਜਿਹੜਾ ਦੂਜਾ ਧੜਾ ਵੀ ਹੈ ਨਾ, ਦੇਖੋ ਇੱਕ ਜੰਗ ਇੱਕ ਥਾਂ ਤੇ ਨਹੀਂ ਲੜੀ ਜਾਂਦੀ। ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਬਰਾਬਰ ਮੋਰਚਾ ਖੋਲਣਾ ਪੈਂਦਾ। ਇੱਥੇ ਤਾਂ ਤੁਹਾਨੂੰ ਪਤਾ ਹੀ ਨਹੀਂ, ਇੱਥੇ ਤਾਂ ਤੁਹਾਨੂੰ ਪਤਾ ਹੀ ਨਹੀਂ ਜਿਹੜਾ ਬੰਦਾ ਤੁਹਾਡੇ ਨਾਲ ਗੱਲ ਕਰ ਰਿਹਾ ਉਹਦੀ ਸੋਚ ਕੀ ਹੈ, ਉਹ ਹੈ ਕੌਣ ਅਸਲੀਅਤ ਦੇ ਵਿੱਚ। ਮੈਂ ਤੁਹਾਡੇ ਨਾਲ ਇੱਕ ਗੱਲ ਕਰਦਾ, ਦੇਖੋ ਮੈਂ ਤੁਹਾਡੇ ਨਾਲ ਇੱਕ ਸਪਸ਼ਟ ਗੱਲ ਕਰਦਾ। ਮੈਂ ਪਹਿਲੀ ਵਾਰੀ ਜਦੋਂ ਅਮਰੀਕਾ ਗਿਆ, ਇੱਥੇ ਇੱਕ ਸੁੱਖੀ ਝਾਲ ਹੈ ਜਿਹਦੇ ਬੜੇ ਬੜੀ ਚਰਚਾ ਹੁੰਦੀ ਹੈ ਅਮਰੀਕਾ ਦੇ ਵਿੱਚ ਵੀ ਇਹ ਬੰਦਾ ਭਾਰਤੀ ਏਜੰਸੀਆਂ ਦਾ ਬੰਦਾ ਹੈ। ਹੁਣ ਉਹਦਾ ਮੇਰੇ ਨਾਲ ਕੋਈ ਸਬੰਧ ਨਹੀਂ, ਕੋਈ ਹੋਰ ਨਹੀਂ, ਲੈਣਾ ਨਹੀਂ ਦੇਣਾ ਨਹੀਂ। ਅਸੀਂ ਸਾਡਾ ਦੋਸਤ ਆ ਮੁੰਡਾ ਸੰਗਰੂਰ ਤੋਂ, ਅਸੀਂ ਸਕੂਲ ਦੇ ਦੋਸਤ ਸਾਂਝੇ, ਉਹਦੇ ਘਰੇ ਰੁਕੇ। ਸਾਡਾ ਕਿਉਂਕਿ ਉਹ ਫਲੈਟ 'ਚ ਰਹਿੰਦਾ ਸੀਗਾ, ਅਪਾਰਟਮੈਂਟ ਦੇ ਵਿੱਚ, ਗੱਦੇ ਥੱਲੇ ਲਾ ਕੇ 5-6 ਜਾਣੇ ਸੁੱਤੇ ਪਏ ਗੱਲਾਂ ਮਾਰ ਰਹੇ। ਉਹ ਬੰਦਾ ਆਲ ਆਫ ਸਡਨ ਆਈ ਡੋਂਟ ਨੋ, ਉਹ ਬੰਦੇ ਦਾ ਫੋਨ ਆਉਂਦਾ ਤੇ 5 ਮਿੰਟਾਂ ਦੇ ਵਿੱਚ ਉਹ ਬੋਤਲ ਲੈ ਕੇ ਉੱਥੇ ਪਹੁੰਚ ਜਾਂਦਾ। ਕੀ ਵੇਖਣਾ ਹੈ ਕਿ ਇਹ ਬੰਦਾ ਕਿਹਦੇ ਨਾਲ ਰਹਿ ਰਿਹਾ। ਠੀਕ ਹੈ, ਨਹੀਂ ਉਹ ਚੀਜ਼ਾਂ ਨੇ। ਉਹੀ ਗੱਲ ਹੈ ਨਾ ਜੀ। ਹਾਂ, ਉਹੀ ਗੱਲ ਆ ਕਿ ਜਿਹੜਾ ਇਹ ਨਾ ਨਫ਼ਰਤ ਜਿਹੜੀ ਇੱਥੇ ਨਾ ਮੋਸਟਲੀ ਤੁਸੀਂ ਤਾਂ ਇੱਧਰ ਹੋ ਕੇ ਗਏ ਨਾ ਨੇਲੇ ਸਾਹਿਬ, ਕਈ ਬੰਦੇ 10-10 ਸਾਲ ਹੋ ਗਏ, 15-15 ਸਾਲ ਹੋ ਗਏ, ਕੋਈ ਉਹਨਾਂ ਤੇ ਪੰਜਾਬ 'ਚ ਕੇਸ ਨਹੀਂ ਹੈਗਾ। ਬਟ ਉਹ ਨਾ ਡਰਦੇ ਹੀ ਨਹੀਂ ਜਾਂਦੇ ਵੀ ਪਤਾ ਨਹੀਂ ਸਾਨੂੰ ਦਿੱਲੀ ਗਿਆ ਨੂੰ ਕੀ ਕਰਦੇ, ਇੰਨਾ ਡਰ ਪਾਇਆ ਹੋਇਆ ਲੋਕਾਂ 'ਚ ਜੀ। ਨਹੀਂ ਮੈਨੂੰ ਬੜੇ ਪੁੱਛਦੇ ਨੇ, ਧੰਨਵਾਦ ਮੈਨੂੰ ਜੀ। ਸ਼ਵਿੰਦਰ ਜੀ ਬੜੀ ਅੱਛੀ ਗੱਲ ਕਹੀ ਹਰਪ੍ਰੀਤ ਜੀ ਨੇ ਜੀ। ਦੇਖੋ ਪੂਰੇ ਨਾ ਮੈਂ ਖੈਰ ਇਹਨੂੰ ਐਂ ਦੇਖੂੰਗਾ ਵੀ ਮਾਈਨੋਰਿਟੀ ਦੇ ਮੁੱਦੇ ਤਾਂ ਹੈਗੇ ਨੇ ਬਈ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਮੈਨੂੰ ਮਾਈਨੋਰਿਟੀ ਦੀ ਪ੍ਰੋਬਲਮ ਹੈ, ਸਗੋਂ ਇੰਡੀਆ ਦੇ ਵਿੱਚ ਇੱਕ ਫਾਸਿਸਟ ਗਵਰਨਮੈਂਟ ਹੈ, ਉਹ ਘੱਟ ਗਿਣਤੀ ਦੀ ਦੁਸ਼ਮਣ ਹੈ। ਠੀਕ ਹੈ, ਪਰ ਇਹ ਗੱਲ ਹੈ ਕਿ ਜਿਹੜੀ ਇੱਕ ਦੂਜੀ ਧਿਰ ਹੈ ਜਿਹੜੀ ਮਤਲਬ ਉਹਦੇ ਜਵਾਬ ਦੇ ਵਿੱਚ ਦੂਜੇ ਪਾਸੇ ਦੀ ਫਿਰਕਾ ਪ੍ਰਸਤੀ ਫੈਲਾਉਂਦੀ ਹੈ, ਉਹ ਤੁਹਾਨੂੰ ਮਤਲਬ ਜ਼ਾਲਮ ਹਕੂਮਤ ਦੇ ਦੁਸ਼ਮਣ ਬਣਾਉਣ ਦੀ ਥਾਂ ਦੂਜੇ ਧਰਮ ਦੇ ਲੋਕਾਂ ਦੇ ਦੁਸ਼ਮਣ ਬਣਾਉਂਦੀ ਹੈ। ਇਹ ਗੱਲ ਗਲਤ ਹੈ। ਉਹੀ ਚੀਜ਼ ਹੈ, ਉਹ ਚੀਜ਼ ਗਲਤ ਹੈ। ਹਾਂ, ਉਹ ਚੀਜ਼ ਗਲਤ ਹੈ। ਅੱਛਾ, ਹੁਣ ਇਹਦੇ ਵਿੱਚ ਇੱਕ ਪ੍ਰਵਚਨ ਹੋਰ ਵੀ ਸੀਗਾ, ਮੈਂ ਗੱਲ ਪ੍ਰਵਚਨਾਂ ਦੀ ਕਰ ਰਿਹਾ ਸੀ ਕਿ ਇਹਦੇ ਵਿੱਚ ਹਰਿਆਣਾ ਤੇ ਪੰਜਾਬ ਦੋਵੇਂ ਆੜੀ ਹੋਏ ਸੀ, ਭਰਾ ਬਣ ਗਏ ਸੀ, ਛੋਟਾ ਵੱਡਾ ਭਾਈ। ਉਹ ਵੀ ਚੁੱਭਦਾ ਸੀ, ਉਹ ਵੀ ਚੁੱਭਦਾ ਸੀ। ਚੁੱਭਦਾ ਸੀ ਉਹਦੇ ਲਈ। ਹੁਣ ਅੱਜ ਜਿਵੇਂ ਬੰਦੇ ਭੇਜੇ ਵੀ ਇਹ ਤਾਂ ਜੀ ਲੋਕਲ ਬੰਦੇ ਨੇ, ਇਹ ਕਹਿੰਦੇ ਨੇ ਵੀ ਸਾਨੂੰ ਤਾਂ ਜੀ ਏਦਾਂ ਸਮੱਸਿਆ ਹੁੰਦੀ ਹੈ। ਹਾਲਾਂਕਿ ਉਹ ਲੋਕਲ ਬੰਦੇ ਨਹੀਂ ਸੁਣਦੇ ਸੀ ਜ਼ਿਆਦਾਤਰ, ਪਰ 10% ਦੇ ਦਿਮਾਗਾਂ 'ਚ ਪਾਇਆ ਵੀ ਗਿਆ ਵਾ ਇਹ ਗੱਲ ਵੀ ਹਾਂ ਭਾਈ ਯਾਰ ਦੇਖੋ ਇਹ ਤਾਂ ਬੰਦੇ ਆਪਾਂ ਇਹ ਤਾਂ ਕਿਸਾਨੀ ਦੀ ਗੱਲ ਕਰਦੇ ਸੀ, ਖਾਲਿਸਤਾਨੀ ਬਣ ਲੱਗੀ। ਇਹ ਪ੍ਰਵਚਨ ਹੁਣ ਸਟੇਟ ਦੇ ਪੱਖ 'ਚ ਕਿਹਨੇ ਪਰਤਾਇਆ? ਦੀਪ ਸਿੱਧੂ ਐਂਡ ਕੰਪਨੀ ਨੇ। ਅੱਛਾ, ਇਹਦੇ ਵਿੱਚ ਹੋਰ ਖੂਬਸੂਰਤੀ ਵੀ ਸੀ ਕਿ ਸਾਰੇ ਭਾਰਤ ਦੇ ਅੰਦੋਲਨ ਕਿਸਾਨ ਉੱਠ ਕੇ ਖੜੇ ਹੋ ਗਏ ਸੀ, ਉਹ ਪੰਜਾਬ ਨੂੰ ਆਪਣਾ ਆਗੂ ਮੰਨਣ ਲੱਗੇ ਸੀ। ਉਹ ਵੀ ਮੁਸ਼ਕਲ ਕ੍ਰੀਏਟ ਕਰ ਰਹੀ ਸੀ। ਉਹਦੇ ਵਿੱਚ ਵੀ ਸਮੱਸਿਆ ਖੜੀ ਕਰਦੇ ਹੋ। ਚਲੋ ਲੀਡਰਾਂ ਨੇ ਸਾਂਭ ਲਈ ਹੈ, ਹਲੇ ਹੁਣ ਅੱਗੇ ਜਾ ਕੇ ਉਹਦਾ ਨੁਕਸਾਨ ਤਾਂ ਹੋਇਆ ਹੋਊਗਾ, ਹੁਣ ਅੱਗੇ ਜਾ ਕੇ ਪਤਾ ਲੱਗੂ ਵੀ ਕਿੰਨਾ ਹੋਇਆ। ਕਹਿਣ ਦਾ ਮਤਲਬ ਜਿਹੜਾ ਤੁਸੀਂ ਕੰਮ ਕੀਤਾ ਹੈ, ਸਵਾਲ ਇੱਥੇ ਇਹ ਨਹੀਂ ਹੈਗਾ ਵੀ ਝੰਡਾ ਚਲਾਉਣਾ ਮਾੜਾ ਜਾਂ ਚੰਗਾ। ਸਵਾਲ ਹੈ ਕਿ ਤੁਸੀਂ ਜਿਹੜਾ ਕੋਈ ਐਕਸ਼ਨ ਕਰ ਰਹੇ ਹੋ, ਉਹ ਐਕਸ਼ਨ ਦਾ ਫਾਇਦਾ ਸਟੇਟ ਨੂੰ ਹੋ ਰਿਹਾ ਜਾਂ ਕਿਸਾਨ ਅੰਦੋਲਨ ਨੂੰ ਹੋ ਰਿਹਾ ਹੈ। ਬਿਲਕੁਲ ਨਹੀਂ ਹੋ ਜਾਏਗਾ ਇੱਥੇ, ਇਹਦਾ ਨੁਕਸਾਨ ਹੋ ਰਿਹਾ ਕਿਸਾਨ ਅੰਦੋਲਨ ਨੂੰ, ਫਾਇਦਾ ਇਹਦਾ ਸਟੇਟ ਨੂੰ ਹੋ ਰਿਹਾ ਹੈਗਾ। ਕਾਲਜ ਲੈ ਲਈਏ ਜੀ। 98-149 ਤੇ ਆਉਣੇ ਰੋ ਪਹਿਲਾਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਦੋਨਾਂ ਭਰਾਵਾਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਵੀ, ਤੇ ਸਾਰੇ ਵਧੀਆ ਦੇ ਕੇ ਵੀਰ ਵਿਚਾਰ ਜੀ। ਮੈਂ ਬੇਨਤੀ ਇਹ ਕਰਨੀ ਸੀਗੀ ਕਿ ਹੁਣ ਆਪਾਂ ਇਹ ਤਾਂ ਆਪਾਂ ਨੂੰ ਪਤਾ ਇਹਨਾਂ ਨੇ ਬਹੁਤ ਕੁਝ ਕਰ ਦਿੱਤਾ ਹੈਗਾ, ਜਾਂ ਜਿਹੜੇ ਨਾ ਪੱਖੀ ਵਰਤਾਰੇ ਵਾਲੇ ਬੰਦੇ ਹੈਗੇ ਆ, ਜਾਂ ਜਿਹਨੂੰ ਆਪਾਂ ਖੋਦੀ ਮੀਡੀਆ ਕਹਿੰਦੇ ਆ, ਉਹਦੀ ਸਾਨੂੰ ਪਰਵਾਹ ਹੀ ਨਹੀਂ ਕਿਸੇ ਨੂੰ ਕਰਨੀ ਚਾਹੀਦੀ। ਬਾਕੀ ਉਹਨੂੰ ਸੁਣਨਾ ਵੀ ਘੱਟ ਚਾਹੀਦਾ, ਲੋੜ ਹੀ ਨਹੀਂ ਉਹਦੇ ਪਾਸੇ ਨਹੀਂ, ਬਿਲਕੁਲ ਟਿਊਨ ਨਹੀਂ ਕਰਦੇ ਉਹਨਾਂ ਨੂੰ। ਜਿਹੜਾ ਸੋਸ਼ਲ ਮੀਡੀਆ ਨਾਲ ਤੁਹਾਡਾ ਕੋਈ ਬੰਦਾ ਸਹੀ ਜਿਹੜਾ ਹੈਗਾ ਜਾਂ ਸਹੀ ਰੇਡੀਓ ਜਿਹੜੀ ਗੱਲ ਕਰਦਾ ਹੈਗਾ ਉਹ ਸਹੀ ਹੈ, ਬਟ ਹੁਣ ਸਾਨੂੰ ਮੈਂ ਕਹਿੰਦਾ ਸਾਰੀਆਂ ਇਹ ਚੀਜ਼ਾਂ ਨੂੰ ਪਿੱਛੇ ਛੱਡ ਕੇ ਸਾਨੂੰ ਜਿਹੜਾ ਸੁਨੇਹਾ ਜਿਹੜਾ ਦੇਣਾ ਚਾਹੀਦਾ ਸਾਰੇ ਭਰਾਵਾਂ ਨੂੰ, ਜਾਂ ਦੇ ਵੀ ਰਹੇ ਆ, ਵੀ ਸਾਨੂੰ ਸਿਰਫ ਤੇ ਸਿਰਫ ਆਪਣਾ ਲਾਮਬੰਦੀ ਕਰਨਾ ਚਾਹੀਦਾ ਵੀ ਆ ਠੀਕ ਬੰਦੇ ਸੀਗੇ ਜਾਂ ਜੋ ਵੀ ਜਿੰਨੇ ਮਾੜੇ ਸੀ ਆਪਣਾ ਪਤਾ ਲੱਗ ਗਿਆ ਨਾ। ਬਾਕੀ ਜਿਹੜੇ ਇੱਥੇ ਬੰਦੇ ਵੀ ਬੈਠੇ ਆ, ਕਿੰਨੇ ਕੁ ਬੰਦੇ ਹੈਗੇ ਆ ਜਿਹੜੇ ਮਤਲਬ ਖਾਲਿਸਤਾਨ ਮੰਗਦੇ ਆ। ਅਸੀਂ ਇਹ ਨਹੀਂ ਕਹਿੰਦੇ ਨਹੀਂ ਬਣਨਾ ਚਾਹੀਦਾ, ਉਹ ਮੁੱਦਾ ਵੱਖਰਾ, ਉਹਨੂੰ ਵੱਖਰਾ ਹੀ ਰੱਖੋ ਤੇ ਵੱਖਰਾ ਹੀ ਚਾਹੀਦਾ। ਮੇਰੀ ਇਹ ਬੇਨਤੀ ਸੀ ਕਿ ਤੁਸੀਂ ਵੀ ਇੱਥੋਂ ਜਿਹੜਾ ਸੁਨੇਹਾ ਉਹ ਲੋਕਾਂ ਨੂੰ ਲਾਮਬੰਦੀ ਦਾ ਲਾਈਏ। ਜਿਵੇਂ ਕੱਲ ਕੈਦ ਸਾਹਿਬ ਦੀ ਉਹ ਲੋਕਾਂ ਨੇ ਭਾਵੁਕ ਹੋਏ ਨੇ ਵੀਡੀਓ ਦੇਖੀ, ਦੇਖੋ ਤੁਸੀਂ, ਲੋਕੀ ਹਜ਼ਾਰਾਂ ਦੇ ਵਿੱਚ ਉੱਥੇ ਪਹੁੰਚ ਗਏ, ਪੁਲਿਸ ਨੂੰ ਭੱਜਣਾ ਪਿਆ ਸਾਰਾ ਕੁਝ ਛੱਡ ਕੇ। ਨਹੀਂ ਉੱਥੇ ਮੈਂ ਜੀਤ ਅੰਜਮ ਦੀ ਵੀ ਸੁਣ ਰਿਹਾ, ਰਿਪੋਰਟਰ ਨੇ ਉਹ ਗੱਲਾਂ ਕੀਤੀਆਂ ਕਿ ਇੱਥੇ ਹਜ਼ਾਰਾਂ ਦੇ ਵਿੱਚ ਪੁਲਿਸ ਸੀ ਤੇ ਬੰਦੇ ਪੁਸ਼ਕ ਮੁੱਠੀ ਭਰ ਸੀਗੇ ਕਿਸਾਨ ਇੱਥੇ ਰਹਿ ਗਏ, ਕਿਉਂਕਿ ਉਹ ਪੁਸ਼ਕ ਬੰਦੇ ਗਏ ਸੀਗੇ ਕਿ ਕਾਫੀ ਦਿਨਾਂ ਦੇ ਬੈਠੇ ਵੀ ਚਲੋ ਜਾਇਆ ਉਹਨੇ ਘਰ। ਲੋਕਾਂ ਨੇ ਰਾਤ ਨੂੰ ਸੁੱਤੇ ਉੱਠ ਕੇ ਵੀ ਬੰਦੇ ਉੱਥੋਂ ਉੱਠ ਕੇ ਆਏ ਆ। ਤੇ ਆਪਾਂ ਨੂੰ ਇਹ ਚੀਜ਼ ਥੋੜੀ ਜੀ ਇਹਦੇ ਪਾਸੇ ਆਪਾਂ ਨੂੰ ਜਿੰਨੇ ਵੀ ਹੈਗੇ ਜਿੱਥੇ ਜਿੱਥੇ ਸੁਨੇਹਾ ਲੱਗਦਾ, ਮੈਂ ਤੁਹਾਡੇ ਨਾਲ ਕੱਲ ਵੀ ਗੱਲ ਕੀਤੀ, ਰਾਤ ਭਰ ਅਸੀਂ ਵੀ ਸੁੱਤੇ ਨਹੀਂ, ਜਿੰਨੇ ਬੰਦੇ ਅਸੀਂ ਆਪਣੇ ਜਿੰਨੇ ਰਿਸ਼ਤੇਦਾਰੀਆਂ ਚ ਇੱਧਰ ਉੱਧਰ ਸਾਰਿਆਂ ਨੂੰ ਤੋਰਿਆ ਤੇ ਯਾਰ ਚਲੋ ਤੁਸੀਂ ਕੋਈ ਚੱਕਰ ਨਹੀਂ ਹੈਗਾ, ਜੇ ਤੁਹਾਨੂੰ ਕੋਈ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ, ਪਰ ਤੁਸੀਂ ਪਹੁੰਚੋ ਯਾਰ ਉੱਥੇ। ਤੇ ਸਾਡੇ ਜਿਹੜੇ ਇੱਥੇ ਆਗੂ ਬੈਠੇ ਉਹਨਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਸਾਨੂੰ ਵੀ, ਬਿਲਕੁਲ ਜੀ, ਥੋੜਾ ਜਿਹਾ ਸਾਨੂੰ ਵੀ ਸੰਕੋਚ ਕਰਨਾ ਚਾਹੀਦਾ, ਕਿਉਂਕਿ ਸਾਨੂੰ ਆਗੂਆਂ ਦੇ, ਮੈਂ ਪਹਿਲੇ ਦਿਨ ਆਖਿਆ ਸਾਨੂੰ ਆਗੂਆਂ ਦੀ ਲੀਡਰਸ਼ਿਪ ਕਬੂਲਣੀ ਪਏਗੀ, ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਾ ਕਰੇ। ਜਿਹੜੇ ਜਰਨੈਲ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਅਸੀਂ ਬੈਠੇ ਆ ਇੱਥੇ ਵੀ ਸਾਰਿਆਂ ਨੂੰ ਇਹ ਸੁਨੇਹਾ
ਵੀ ਅਸੀਂ ਕੋਈ ਵੀ ਗਲਤ ਕੰਮ ਨਹੀਂ ਕਰਨਾਗਾ, ਬਟ ਅਸੀਂ ਇੱਥੇ ਬੈਠੇ, ਸਰਕਾਰ ਮਤਲਬ ਮਤ ਸੋਚੇ ਕਿ ਸਾਨੂੰ ਇੱਥੋਂ ਐਂ ਕਰ ਦੂਗੀ। ਅਸੀਂ ਬੈਠੇ ਹਾਂ, ਡਟ ਕੇ ਬੈਠੇ ਹਾਂ ਇੱਥੇ, ਅਸੀਂ ਡਟਾਂਗੇ, ਨਾ ਹੀ ਗਲਤ ਕੰਮ ਕੀਤਾ ਨਾ ਅਸੀਂ ਕਰਨਾ। ਇਸ ਨੇ ਦੇਣਾ ਚਾਹੀਦਾ ਜ਼ਰੂਰ। ਧੰਨਵਾਦ ਜੀ। ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਜੀ। ਸੈਕੰਡ ਕਾਲ ਜੀ 989264 ਤੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦਾਨੇ ਵਾਲੀ ਜੀ, ਸਤਿ ਬੋਲਦਾ ਜੀ। ਜੀ ਗੁਰਵਿੰਦਰ ਜੀ। ਬਾਈ ਜੀ, ਬਾਈ ਨੇ ਗੱਲ ਕੀਤੀ ਹੈਲੋ ਮੀਡੀਆ ਦੀ, ਮੈਂ ਉਹਦੇ ਤੇ ਇੱਕ ਥੋੜੀ ਨਾ ਚੀਜ਼ ਖੰਗਾਲ ਰਿਹਾ ਸੀ ਕੱਲ ਪਰਸੋਂ ਦਾ ਜੀ। ਬਈ ਜਿਹੜੇ ਪਾਉਂਦੇ ਚੈਨਲਾਂ ਵਾਲੇ, ਅਖਬਾਰਾਂ ਵਾਲੇ ਵੀ ਦੀਪ ਸਿੱਧੂ ਦੇ ਫਲਾਣੇ ਲੀਡਰ ਨੇ ਇਲਜ਼ਾਮ ਲਾਇਆ, ਉਹ ਤੁਸੀਂ ਉਹਦੇ ਨਾਲ ਸਹਿਮਤ ਜਾਂ ਨਹੀਂ, ਉਹਦੇ ਥੱਲੇ ਜਿੰਨੇ ਕਮੈਂਟ ਆ ਰਹੇ ਆ ਉਹ ਤੁਸੀਂ ਉਹਨਾਂ ਦੀ ਪ੍ਰੋਫਾਈਲ ਚੈੱਕ ਕਰੋ। ਉਹ ਸਾਰੇ ਜਿਵੇਂ ਆਈਟੀ ਸੈੱਲ ਦੇ ਪ੍ਰੋਫਾਈਲ ਆ, ਲੌਗਡ ਪ੍ਰੋਫਾਈਲ ਆ, ਜਾਂ ਮਤਲਬ ਝੂਠੇ ਪ੍ਰੋਫਾਈਲ ਆ। ਜੇ ਦੀਪ ਸਿੱਧੂ ਸਹੀ ਹੈ ਜੀ, ਉਹਦੇ ਵਾਸਤੇ ਆਈਟੀ ਸੈੱਲ ਕਿਹਨੇ ਕ੍ਰੀਏਟ ਕੀਤਾ? ਠੀਕ ਹੈ ਨਾ। ਜਿਹੜੇ ਆਪਾਂ ਆਮ ਲੋਕ ਆ, ਆਪਣੀਆਂ ਪ੍ਰੋਫਾਈਲ ਦਾ ਪਤਾ ਲੱਗ ਜਾਂਦਾ ਜਾਂ ਜੈਨੂਅਨ ਆ ਨਕਲੀ ਆ, ਬਿਲਕੁਲ ਪਤਾ ਲੱਗ ਜਾਂਦਾ ਜੀ। ਉਹ ਭਾਸ਼ਾਵਾਂ ਤੋਂ ਪਤਾ ਲੱਗ ਜਾਂਦਾ। ਕਰਦੇ ਆ ਕਿਸਾਨ ਆਗੂਆਂ ਨੂੰ ਗਾਲਾਂ ਕੱਢਣ ਵਾਲੇ ਆ, ਹਨਾ, ਕਿ ਕੋਈ ਕਿਸੇ ਰਾਜੇਵਾਲ ਦੀ ਬਾਦਲ ਨਾਲ ਫੋਟੋ ਪਾਉਂਦਾ, ਕੁਝ ਉਹ ਪੁੱਠਾ ਸਿੱਧਾ ਲੈ ਕੇ ਨਹੀਂ, ਪਰ ਉਹ ਜਿਹੜੀ ਰਾਜੇਵਾਲ ਦੀ ਬਾਦਲ ਸਾਹਿਬ ਨਾਲ ਫੋਟੋ ਹੈਗੀ ਆ, ਰਾਜੇਵਾਲ ਸਾਹਿਬ ਉਦੋਂ ਬੋਂਦਲੀ ਕਾਲਜ ਦੇ ਚੇਅਰਮੈਨ ਸੀਗੇ, ਪ੍ਰਧਾਨ ਸੀ ਸਮਰਾਲੇ ਵਾਲੇ ਦੇ। ਉਹ ਕਾਲਜ ਦੇ ਵਿੱਚ ਫੰਕਸ਼ਨ ਸੀਗਾ, ਪ੍ਰਧਾਨ ਤਾਂ ਹੋਏਗਾ ਹੀ ਹੋਏਗਾ। ਹਾਂਜੀ ਹਾਂਜੀ, ਉਹ ਚਲੋ ਹਨਾ, ਆਪਾਂ ਪਰ ਲੋਕਾਂ ਨੂੰ ਨਹੀਂ ਨਾ ਪਤਾ ਲੱਗਦਾਗਾ, ਕਿਉਂਕਿ ਪਤਾ ਹੈ, ਦੇਖੋ ਸਾਡੇ ਲੋਕਾਂ ਨੂੰ ਜਿਹੜੇ ਵਿਚਾਰੇ ਉਹ ਇੱਥੇ ਜੀ ਉਲਝ ਜਾਂਦੇ ਨਾ ਵੀ ਹੈ ਕਿ ਗੱਲ ਤਾਂ ਉਹੀ ਆ ਨਾ। ਇੱਥੇ ਹੁਣ ਮੈਂ ਅੱਜ ਸਵੇਰੇ ਪਾ ਕੇ ਹਟਿਆ ਆ ਜਿਹੜੇ ਪੇਜਾਂ ਵਾਲੇ ਆ ਵਿਊ ਲੈਣ ਦੇ ਮਾਰੇ। ਹੁਣ ਦੇਖੋ ਹਨੇਰਾ ਹੋਇਆ ਬੈਠਾ, ਉੱਤੇ ਲਿਖਿਆ ਜੀ ਲਾਈਵ, ਹੁਣੇ ਲਾਈਵ। ਉਹ ਸਿਰਫ ਕੀ ਆ, ਉਹ ਪੁਰਾਣੀਆਂ ਖਬਰਾਂ ਵੀ ਲਾਈਵ 'ਚ। ਅੱਜ ਮੈਂ ਨਾਂ ਲੈ ਦਿੰਦਾ, ਅਜੀਤ, ਡੇਲੀ ਪੋਸਟ ਆ, 2-3 ਹੋਰ ਹੈਗੇ ਆ। ਉਹ ਸੱਪ ਤੰਦਰ 3-3 ਦਿਨ ਪੁਰਾਣੀਆਂ ਚੀਜ਼ਾਂ ਨੂੰ ਲਾਈਵ ਕਰੀ ਜਾਂਦੇ ਆ। ਉਹ ਲੋਕਾਂ 'ਚ ਇੱਕੋ ਕੀ ਸਮਝਣ। ਆਪਾਂ ਤਾਂ ਗੋਦੀ ਮੀਡੀਆ ਨੂੰ ਕਹਿੰਦੇ ਆ, ਪੇਜ ਮੀਡੀਆ ਨੇ ਜਮਾਂ ਹੀ ਨਾਸ ਮਾਰਤਾ। ਆਪਣੇ ਵਾਲੇ ਵੀ ਉਸੇ ਕੰਮ ਦੀ ਹੋ ਗਏ ਜੀ। ਹੁਣ ਇਹ ਉਦੋਂ ਭੈੜੇ ਹੋ ਗਏ, ਇਹ ਸਾਜ਼ਿਸ਼ਾਂ। ਦੇਖੋ ਇੱਕ ਤਾਂ ਇਹਦੇ 'ਚ ਇਹ ਨਹੀਂ ਪਤਾ ਲੱਗਦਾ ਵੀ ਚੈਨਲ ਕਿਹਦਾ, ਇਹਦੇ 'ਚ ਪੈਸਾ ਕਿਹਨੇ ਲਾਇਆ। ਸਾਜ਼ਿਸ਼ਾਂ ਦਾ ਹਿੱਸਾ ਬਣੇ ਹੋਏ ਨੇ। ਤੁਸੀਂ ਗੱਲ ਕੀਤੀ ਹੈ ਨਾ। ਹਾਂ, ਹੁਣ ਤੁਸੀਂ ਗੱਲ ਔਨ 에ਅਰ ਦੀ ਗੱਲ ਕੀਤੀ, ਜਿੱਦਾਂ ਉਹ ਲਾਈਵ ਸਟੇਜ ਦੇ ਉੱਤੇ ਚੜੇ ਆ, ਇਹ ਔਨ 에ਅਰ ਦਾ ਇੱਕ ਲਾਲ ਜੀ ਜੈਕਟ ਵਾਲਾ ਜਿਹੜਾ ਪੱਤਰਕਾਰ ਸੀਗਾ, ਉਹ ਲੋਕਾਂ ਦੇ ਮੂੰਹ 'ਚ ਮਾਈਕ ਦੇ ਕੇ ਇਹ ਗੱਲ ਕਹਿ ਰਿਹਾ ਸੀ, ਤੁਸੀਂ ਦੀਪ ਸਿੱਧੂ ਦੇ ਹੱਕ 'ਚ ਆਏ ਆ, ਤੁਸੀਂ ਦੀਪ ਸਿੱਧੂ ਦੇ ਹੱਕ 'ਚ ਆਏ ਆ। ਨਹੀਂ ਤੇ ਜਿਹੜਾ ਰੂਟ ਮੈਪ ਦਿੱਤਾ ਸੀ, ਮੈਨੂੰ ਨਹੀਂ ਪਤਾ ਜਿਹੜਾ ਰੂਟ ਮੈਪ ਦਿੱਤਾ ਸੀ, ਰੂਟ ਮੈਪ ਦੀ ਪਹਿਲੀ ਫੋਟੋ ਕਿਹਨੇ ਪਾਈ? ਮੈਨੂੰ ਪਤਾ ਨਹੀਂਗਾ, ਮੈਂ ਕਿੱਥੇ ਕਹਿੰਦਾ। ਹਾਂ, ਹਾਂਜੀ ਹਾਂਜੀ, ਨਹੀਂ ਉਹ ਕਹਿੰਦਾ ਤੂੰ ਕਿਹਦੀ ਗੱਲ ਕਰਦਾ, ਕਹਿੰਦਾ ਨਾਲ ਇਹਨਾਂ, ਮੈਨੂੰ ਉਹ ਬੰਦੇ ਦਾ ਨਹੀਂ ਪਤਾ। ਤੇ ਉਹ ਉੱਥੋਂ ਪੱਤਰਕਾਰ ਭੱਜ ਗਿਆ, ਉਹਦੇ ਨਾਲ ਗੱਲ ਹੀ ਨਹੀਂ ਕੀਤੀ ਉਹਨੇ ਦੁਬਾਰੇ। ਦੱਸੋ, ਕਿਉਂਕਿ ਇਹਦੇ ਵਿੱਚ ਇਹ ਚੈਨਲ ਦੇ ਵਿੱਚ ਪੈਸਾ ਉਹ ਬੰਦੇ ਦਾ ਹੈ, ਹਰਪ੍ਰੀਤ ਦੇਵਗਨ ਪਟਿਆਲੇ ਦਾ ਹੈ, ਜਿਹੜੇ ਬੰਦੇ ਨੇ ਆਪਦੇ ਫੇਸਬੁੱਕ ਪੇਜ ਦੇ ਉੱਤੇ ਸਭ ਤੋਂ ਪਹਿਲਾਂ ਜਾਲੀ ਰੂਟ ਮੈਪ ਪਾ ਕੇ ਲੋਕਾਂ ਨੂੰ ਭੜਕਾਇਆ ਸੀ 2 ਦਿਨ ਪਹਿਲਾਂ। ਜੀ ਜੀ, ਆਪਣੇ WhatsApp ਕਾਲ ਲਵਾਂਗੇ ਜੀ, ਫਿਰ ਆਪਾਂ ਅਗਲੀ ਗੱਲ ਸਮਾਪਤੀ ਵੱਲ ਲੈ ਕੇ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਹਾਂਜੀ ਦਰਨੇਲ ਸਾਹਿਬ ਜੀ। ਜੀ ਬੋਲੋ ਜੀ, ਬੋਲੋ ਆਉਣੇ ਰਹੋ ਤੁਸੀਂ। ਮੈਂ ਰੇਸ਼ਮ ਬਰਾੜ ਬੋਲਦਾ ਮਿੰਟਨ ਤੋਂ। ਜੀ ਜੀ ਬੋਲੋ ਜੀ। ਇਹ ਤਾਂ ਡਕੈਤ ਸਾਹਿਬ ਨੇ ਬਚਾਉਂਦਾ, ਜੇ ਡਕੈਤ ਤਗੜਾ ਹੈਗਾ ਨਹੀਂ, ਉੱਥੇ ਡਕੈਤ ਨੂੰ ਗ੍ਰਿਫਤਾਰ ਕਰ ਲੈ, ਸਿੱਖਾਂ ਨਾਲ ਦੰਗਾ ਕਰਨਾ ਸੀ ਉਹਨਾਂ ਨੇ ਉੱਥੇ। ਡਕੈਤ ਨੇ ਬੂਸਟ ਕਰਤਾ। ਹੁਣ ਆਪਾਂ ਨੂੰ ਥੋੜੇ ਇਹਨਾਂ ਵੱਜਾਂਗੇ, ਇੱਕ ਚਤੁਰਨੀ ਕੈਮਰਾ ਵੇ, ਇੱਕ ਡਕੈਤ ਕੈਮਰਾ ਵੇ, ਫਿਰ ਇਹਨਾਂ ਨੇ ਆਪਣੀ ਹੈਲਪ ਕਰਨੀ। ਕੱਲ ਮੁੰਡਾ ਦੀਪ ਦੇ ਨਵਦੀਪ, ਉਹ ਵੀ ਤਕੜਾ ਰਿਹਾ ਰਾਤ ਦਾ ਆਪਣੇ ਹੱਕ 'ਚ। ਜੀ ਜੀ, ਇਹ ਤਾਂ ਹੁਣ ਉਹਨਾਂ ਜੀ। ਹਾਂਜੀ ਹਾਂਜੀ, ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ 2 ਸਵਾਲ ਪੁੱਛਣੇ ਸੀ। ਇੱਕ ਤਾਂ ਜਿੱਦਾਂ ਹੁਣ ਜਿਨ੍ਹਾਂ ਨੇ ਪ੍ਰਾਪਰਟੀ ਡੈਮੇਜ ਦਾ ਕੇਸ ਪਾਤਾ ਆਪਣੇ, ਜਿਨ੍ਹਾਂ ਚ ਕਿਸਾਨ ਲੀਡਰਾਂ, ਇਹ ਪ੍ਰਾਪਰਟੀ ਡੈਮੇਜ ਦਾ ਕੇਸ ਪਹਿਲਾਂ ਹਰਿਆਣਾ ਸਰਕਾਰ ਤੇ ਨਹੀਂ ਪੈ ਸਕਦਾ? ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ, ਉਹਨਾਂ ਨੇ ਸੜਕਾਂ ਪੱਟੀਆਂ ਕੀਤੀਆਂ, ਕੋਈ ਇਹੋ ਜਿਹੇ ਵਕੀਲ ਚੱਕ ਕੇ ਕੋਈ ਇਹਦੇ ਵਿੱਚ ਜੀ। ਸੈਕੰਡ ਸਵਾਲ ਜੀ। ਹਾਂਜੀ ਸੈਕੰਡ ਸਵਾਲ ਜੀ। ਤੇ ਦੂਜਾ ਸਵਾਲ ਸੀਗਾ, ਜਿਹੜਾ ਮੁੰਡਾ ਸੀਗਾ, ਚਲੋ ਇਹ ਲੀਡਰਾਂ ਨੇ ਤਾਂ ਦੀਪ ਸਿੱਧੂ ਵਰਗੇ ਨੇ ਜਿਹੜਾ ਕੁਝ ਕਰਨਾ ਸੀ, ਉਹ ਵਿਚਾਰਾ ਮੁੰਡਾ ਜਿਹੜਾ ਉਹ ਮੈਨੂੰ ਲੱਗਦਾ ਤਰਨ ਦਾ ਸੀਗਾ, ਜਿਹਨੇ ਝੰਡਾ ਲਹਿਰਾਇਆ। ਜੀ, ਉਹ ਪਰਿਵਾਰ ਵਿਚਾਰਾ ਘਰੋਂ ਭੱਜਿਆ ਹੋਇਆ। ਉਹਦਾ ਕੀ ਬਣਿਆ? ਕੋਈ ਉਹਦੀ ਕੋਈ ਮੈਨੂੰ ਉਹ ਹਜੇ ਤੱਕ ਗਾਇਬ ਨੇ ਜੀ। ਪਰਿਵਾਰ ਜਿਹਨੂੰ ਆਪਾਂ ਕਹਿੰਦੇ ਆ ਕਿ ਅੰਡਰਗਰਾਊਂਡ ਹੋਇਆ ਹੋਇਆ, ਦਹਿਸ਼ਤ ਜ਼ਦਾ ਨੇ। ਅੱਜ ਕੁਝ ਵਕੀਲ ਗਏ ਨੇ ਜੀ ਆਪਣੇ, ਮੇਰੇ ਕੋਲੇ ਕੀ ਕਹਿੰਦੇ ਅਮਨਦੀਪ ਭੁੱਲਰ ਹੈ ਜੀ, ਸਾਡੇ ਮੰਡੀ ਕਲਾਂ ਤੋਂ, ਸੁਪਰੀਮ ਕੋਰਟ 'ਚ ਕਰਦਾ। ਅੱਜ ਉੱਥੇ ਕੀ ਕਹਿੰਦੇ ਤਿਹਾੜ ਜੇਲ੍ਹ ਗਏ ਨੇ, ਪਤਾ ਕੀਤਾ ਕਿੰਨੇ ਕੁ ਬੰਦ ਨੇ, ਲਿਸਟਾਂ ਲਈਆਂ ਨੇ, ਅਪਡੇਟ ਆਏਗੀ। ਮੈਂ
ਹੋ ਸਕਦਾ ਮੈਂ ਕਰਾਂਗਾ, ਉਹਦੇ ਲਈ ਗੱਲਬਾਤ ਕਰਾਂਗੇ। ਪ੍ਰਮਾਤਮਾ ਭਲੀ ਕਰੇਗਾ ਜੀ। ਧੰਨਵਾਦ ਜੀ। ਸ਼ਵਿੰਦਰ ਜੀ, ਤਮਾਮ ਜਿਹੜੀਆਂ ਇਹਨਾਂ ਦੇ ਵੀਰਾਂ ਦੇ ਸਵਾਲਾਤ ਇੱਕ ਆਪਣੇ ਦੇਖੋ, ਪਹਿਲੀ ਗੱਲ ਜਿਹੜੇ ਨਾ ਇਹ ਅੱਜ ਕੱਲ ਚੱਲੇ ਹੋਏ ਨੇ ਨਾ ਨਿਊ ਮੀਡੀਆ, ਡਿਜੀਟਲ ਮੀਡੀਆ ਵਾਲੇ, ਇਹ ਕੰਮ ਅਸਲ ਵਿੱਚ ਇਹ ਵੀ ਇੱਕ ਤਰ੍ਹਾਂ ਦਾ ਗੋਦੀ ਮੀਡੀਆ ਹੈ। ਗੋਦੀ ਮੀਡੀਆ ਤੋਂ ਮਤਲਬ ਹੁੰਦਾ ਜਿਹੜਾ ਸਰਕਾਰ ਦੀ ਬੋਲੀ ਬੋਲਦਾ, ਸਟੇਟ ਦੀ ਬੋਲੀ ਬੋਲਦਾ। ਇਹ ਭਾਵੇਂ ਸਿੱਧੇ ਢੰਗ ਨਾਲ ਤਾਂ ਘੁੰਮ ਕੇ ਸਟੇਟ ਦੀ ਬੋਲੀ 'ਚ ਬੋਲ ਜਾਂਦੇ ਆ। ਇਹਦੇ ਤੇ ਬਹੁਤ ਸਾਰੇ ਇਹੋ ਜਿਹੀਆਂ ਏਜੰਸੀਆਂ ਦਾ ਪੈਸਾ ਲੱਗਿਆ ਹੁੰਦਾ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਖਾਲਿਸਤਾਨੀ ਨੇ, ਪਰ ਕੰਮ ਸਰਕਾਰ ਦੇ ਹੁੰਦੇ ਨੇ। ਬਿਲਕੁਲ, ਖਾਲਿਸਤਾਨ ਤੇ ਵੀ ਦੋ ਤਰ੍ਹਾਂ ਦੀਆਂ ਨੇ ਨਾ, ਇੱਕ ਤਾਂ ਕੋਈ ਖਾਲਿਸਤਾਨ ਲਈ ਲੜਦੀਆਂ ਹੋਣਗੀਆਂ, ਇੱਕ ਉਹ ਨੇ ਦੀਪ ਸਿੱਧੂ ਵਰਗੀ ਕੈਟਾਗਰੀ ਜਿਹੜੇ ਉਹਨੂੰ ਟਾਰਪੀਡੋ ਕਰਦੇ ਨੇ। ਹਾਂ, ਜਿਹੜੇ ਟਾਰਪੀਡੋ ਲੋਕ ਸੰਘਰਸ਼ ਨੂੰ ਕਰਦੇ ਨੇ, ਖਾਲਿਸਤਾਨ ਦਾ ਨਾਮ ਲੈ ਕੇ, ਉਹ ਭੁਗਤਦੇ ਸਰਕਾਰ ਦੇ ਪੱਖ ਵਿੱਚ ਨੇ। ਏਦਾਂ ਦੇ ਬੰਦਿਆਂ ਦੇ ਪੈਸੇ ਲੱਗੇ ਹੋਏ ਹੈਗੇ ਨੇ ਇਹੋ ਜਿਹੀਆਂ ਦੇ। ਤੇ ਦੂਜੇ ਇਹ ਤਾਂ ਹੋ ਗਿਆ ਇਹਨਾਂ ਦੇ ਉੱਤੇ ਯਕੀਨ ਆਪਣੇ ਆਪ ਹੀ ਪਤਾ ਲੱਗ ਜਾਂਦਾ ਵੀ ਕੌਣ ਕਿੰਨੇ ਜੋਗਾ ਹੈਗਾ, ਕਿੰਨੇ ਪਾਣੀ 'ਚ। ਜਿਵੇਂ ਤੁਸੀਂ ਉਦਾਹਰਨ ਦਿੱਤੀ ਆ ਵੀ ਪੁਰਾਣੀਆਂ ਵੀਡੀਓ ਤਾਂ ਲਾਈਵ ਚਲਾਈ ਜਾਂਦੇ ਹੈਗੇ ਨੇ। ਦੂਸਰੀ ਗੱਲ ਹੈਗੀ ਆ ਕਿ ਜਿਹੜਾ ਮਸਲਾ ਆ ਜਾਂਦਾ, ਇੱਕ ਮੁੰਡੇ ਦਾ ਜ਼ਿਕਰ ਕੀਤਾ ਹੈਗਾ ਵੀ ਉਹਦਾ ਕੀ ਬਣਿਆ, ਉਹਦਾ ਹਾਲੇ ਵੀ ਉਹਦਾ ਪਰਿਵਾਰ ਜਿਹੜਾ ਬਿਲਕੁਲ ਉਸੇ ਤਰ੍ਹਾਂ ਹੀ ਆ ਵਿਚਾਰਾ, ਡਰਿਆ ਹੋਇਆ ਹੈਗਾ। ਇਹਦੇ ਵਿੱਚ ਇਹੀ ਹੈ ਕਿ ਜੇ ਹੁਣ ਏਡੇ ਹੀ ਤੁਸੀਂ ਮਹਾਨ ਸੀਗੇ ਤਾਂ ਦੀਪ ਸਿੱਧੂ ਆ ਕੇ ਹੁਣ ਤਾਂ ਪਤਾ ਹੀ ਨਹੀਂ ਕਿੱਥੇ ਬੈਠਾ ਹੋ ਮੈਨੂੰ ਤਾਂ, ਕਿਉਂਕਿ ਤੁਸੀਂ ਅੱਗੇ ਆਓ, ਆ ਕੇ ਉਹਨਾਂ ਦਾ ਕੇਸ ਲੜੋ, ਆ ਕੇ। ਖੈਰ ਦੀਪ ਸਿੱਧੂ ਨੇ ਵੀ ਤਾਂ ਵਕਾਲਤ ਕੀਤੀ ਹੋਈ ਆ, ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਕਰੋੜਪਤੀ ਆ, 2 ਕਰੋੜ ਦੀ ਤਾਂ ਅਰਬਾਪਤੀ ਆ, 2 ਕਰੋੜ ਦੀ ਤਾਂ ਮੇਰੇ ਘਰੇ ਖੜੀ ਆ, 10 ਲੱਖ ਰੁਪਇਆ ਮੈਂ ਕਹਿੰਦਾ ਫੀਸ ਲੈਣਾ ਸੁਪਰੀਮ ਕੋਰਟ ਦੀ, ਤੇ ਫਿਰ ਭੱਜਿਆ ਕਿਉਂ, ਲੁਕਿਆ ਕਿਉਂ ਫਿਰਦਾ। ਦੂਜੀ ਗੱਲ ਹੈਗੀ ਹੈ ਕਿ ਜਿਹੜੇ ਨਾ ਤੁਸੀਂ ਜਿਵੇਂ ਤੂੰ ਬਾਰ-ਬਾਰ ਉਹ ਗੱਲ ਕਰਦਾ ਵੀ ਸਿੱਖੀ ਦੀ ਗੱਲ ਕਰਦਾ, ਹੋਰ ਵੀ ਮੈਨੂੰ ਸਿੱਧੀ ਗੱਲ ਦੇਖੋ, ਅਸੀਂ ਤਾਂ ਜਿਹੇ ਹੈਗੇ ਆ ਕਿਉਂਕਿ ਅਸੀਂ ਤਾਂ ਲਿਬਰਲ ਜੇ ਕਿਸਮ ਦੇ ਬੰਦੇ ਆ। ਤੁਸੀਂ ਸਿੱਖੀ ਦੀ ਗੱਲ ਕਰਦੇ ਹੋ ਤੇ ਫਿਰ ਤੁਹਾਡੇ 6 ਮਹੀਨੇ ਤੋਂ ਉੱਤੇ ਅੰਦੋਲਨ 'ਚ ਹੋ ਗਿਆ, ਨਾ ਤਾਂ ਤੇਰੇ ਦਾੜੀ ਵਧੀਆ, ਨਾ ਤੇਰੇ ਮੁੱਛਾਂ ਵਧੀਆਂ। ਅੱਛਾ, ਸਿੱਖੀ ਸਭ ਤੋਂ ਵੱਡੀ ਚੀਜ਼ ਹਲੀਮੀ ਸਿਖਾਉਂਦੀ ਹੈ, ਹਲੀਮੀ ਭੁਰਾਨੀ। ਰਾਜੇਵਾਲ ਦੇ ਮੈਂ ਪਜਾਮੇ ਚੂਹੇ ਪਾੜ ਦੂੰਗਾ, ਮੈਂ ਮਤਲਬ ਲੀਡਰਾਂ ਨੂੰ ਸਟੇਜ ਤੋਂ ਖਿੱਚੂੰਗਾ, ਆ ਤਾਂ ਕਦੇ ਨਾਨਕ ਦੀ ਬੋਲੀ ਨਾ ਹੋਈ ਬਈ। ਫਿਰ ਸਿੱਖੀ ਕਿੱਥੇ ਹੈ? ਕਿ ਇਹ ਸਵਾਲ ਜਿਹੜੇ ਬੇਸਿਕ ਨੇ, ਜਿਹੜੇ ਪੁੱਛਣੇ ਬਣਦੇ ਇਹੋ ਜਿਹੇ ਬੰਦਿਆਂ ਦੇ ਕੋਲ। ਬਿਲਕੁਲ ਬਿਲਕੁਲ, ਸਾਨੂੰ ਬਹੁਤ ਕੁਛ ਆਪਣੇ ਆਪ। ਮੈਂ ਤਾਂ ਕਹਿੰਦਾ ਜੀ ਦੇਖੋ, ਠੀਕ ਹੈ, ਅਸੀਂ ਸਾਡੇ ਵੱਡੇ ਵੀਰ ਕਈ ਕਹਿ ਦਿੰਦੇ ਯਾਰ ਫੇਸਬੁੱਕ ਤੇ ਆਹ ਚੀਜ਼ ਹੈ। ਹੁਣ ਤੁਸੀਂ ਇੰਨਾ ਕੁ ਅੰਦਾਜ਼ਾ ਲਾ ਲਓ ਕਿ ਜੇ ਦਿਨ ਚੜ੍ਹਿਆ ਤੇ ਇੱਧਰ ਹਨੇਰਾ ਹੈਗਾ ਤੇ ਇਹਦਾ ਮਤਲਬ ਲਾਈਵ ਨਹੀਂ ਹੈਗੀ। ਕੋਸ਼ਿਸ਼ਾਂ ਕਰੋ, ਪੜਤਾਲ ਲਓ ਥੋੜ੍ਹਾ ਜਿਹਾ ਸੰਜਮ ਨਾਲ, ਕਿਉਂਕਿ TRP ਲੈਣ ਦੇ ਚੱਕਰ ਦੇ ਵਿੱਚ ਬਹੁਤ ਕੁਛ ਹੋ ਰਿਹਾ, ਬਹੁਤ ਕੁਛ ਹੋ ਰਿਹਾ। ਫਲਾਨੇ ਨੇ ਆਹ ਗੱਲ ਕਹੀ, ਤੂੰ ਕੀ ਕੀਤਾ? ਫਲਾਨਾ ਬਿੰਗੇ ਅੱਜ ਲੱਤ ਧਰ ਕੇ ਸੁੱਤਾ ਸਰਾਣੇ ਤੇ, ਤੁਸੀਂ ਕੀ ਕਹਿੰਦੇ ਹੋ? ਫਲਾਨੇ ਨੇ ਮੋਢੇ ਕੀ ਕਹਿੰਦੇ ਬਾਂਹ ਸਿਰ ਥੱਲੇ ਕਿਉਂ ਲਿੱਤੀ, ਤੁਸੀਂ ਕੀ ਕਹਿੰਦੇ ਹੋ? ਇਹ ਕਿਉਂਕਿ ਉਹਨਾਂ ਨੂੰ ਪਤਾ ਕਿ ਆਹ ਚੀਜ਼ਾਂ ਵਿਕਦੀਆਂ ਨੇ। ਤੱਤੀ ਗੱਲ ਕਰੋ, ਕਿਉਂਕਿ ਮੈਂ ਦੇਖੋ, ਮੈਂ ਇੰਡੀਆ TV ਸੀ, ਮੈਂ ਇੱਕ ਸਪਸ਼ਟ ਕਰਨਾ, ਮੈਂ ਅਹਿਮਦਾਬਾਦ ਰਿਪੋਰਟਿੰਗ ਕਰਨ ਗਿਆ ਹੋਇਆ ਸੀਗਾ, ਇਲੈਕਸ਼ਨ ਕਵਰ ਕਰਨ ਗਿਆ, ਉੱਧਰ ਗਿਆ ਸੀ। ਤੇ ਇੱਥੇ ਆਪਣੀ ਐਨੀਵਰਸਰੀ ਸੀਗੀ ਆਪਰੇਸ਼ਨ ਬਲੂ ਸਟਾਰ ਦੀ। ਮੈਨੂੰ ਕਹਿੰਦੇ ਤੁਸੀਂ ਅੰਮ੍ਰਿਤਸਰ ਪੁੱਜੋ ਕਵਰੇਜ ਦੇ ਲਈ। ਮੈਂ ਜੋ ਅੰਮ੍ਰਿਤਸਰ ਆ ਕੇ ਉਤਰਿਆ ਹਵਾਈ ਜਹਾਜ਼ ਤੇ ਮੈਨੂੰ ਫੋਨ ਆ ਗਿਆ ਅਸਾइनमेंट डेस्क ਤੋਂ, ਜਨਰਲ ਸਾਹਿਬ ਵਹਾਂ ਪਗੜੀਆਂ ਉਤरेंगी, ਤਲਵਾरें चलेंगी, शॉट नहीं मिस होना चाहिए। ਮੈਂ ਉਹਨੂੰ ਆਖਿਆ ਯਾਰ ਮੈਂ ਆਪਦੀਆਂ, ਪਰ ਗੱਲ ਉਹਦੇ 'ਚ ਕੀ ਸੀਗਾ ਕਿ ਵਿਕਦਾ ਕੀ ਹੈ? ਵਿਕਦਾ ਐਕਸ਼ਨ ਹੈ। ਤੁਸੀਂ ਨੋਟ ਕਰੋ, ਜਦੋਂ ਕੋਈ ਐਕਸ਼ਨ ਸ਼ਾਟ ਆ ਜਾਂਦਾ, ਹੁਣ ਤਾਂ ਇਹ ਲੱਗ ਕੇ ਪੈਸੇ ਨਹੀਂ ਖਰਚਦੇ ਚੈਨਲ ਵਾਲੇ, ਉਹ ਚੀਜ਼ਾਂ ਇਹਨਾਂ ਦਾ ਏਜੰਡਾ ਹੋਰ ਹੋ ਗਿਆ। ਪਰ ਪਹਿਲਾਂ ਕੀ ਹੁੰਦਾ ਸੀ, ਪ੍ਰਾਈਮ ਟਾਈਮ ਚੱਲਦਾ ਸੀਗਾ, ਉਹਦੀ ਤਰਤੀਬ ਬਣਦੀ ਸੀ ਤੇ ਬ੍ਰੇਕਿੰਗ ਨਿਊਜ਼ ਉਹਦੀ ਆ ਜਾਂਦੀ। ਜੇ ਕਿਤੇ ਐਕਸ਼ਨ ਸ਼ਾਟ ਮਿਲ ਜਾਂਦਾ ਸੀ ਤਾਂ ਉਹ ਤੇ ਕੰਮ ਚਲਾ ਦਿੰਦੇ ਸੀ, ਕਿਉਂਕਿ ਲੋਕ ਡਾਂਗ ਸੁੱਟੀ ਦੇਖਦੇ ਨੇ, ਸਾਰਾ ਕੁਝ ਭੁੱਲ ਜਾਂਦੇ ਸੀ। ਹੁਣ ਵੀ ਗਰਮ ਤਕਦੀਰਾਂ ਦੇ ਸੁਣਦੇ ਆਪਾਂ, ਉਹਦੀ ਵਿਊ ਜ਼ਿਆਦਾ ਨੇ, ਚੱਜ ਦੀ ਗੱਲ ਦਾ ਕੋਈ ਵਿਊ ਨਹੀਂ ਹੈਗਾ। ਜਿੱਦਣ ਅਸੀਂ ਆਡੀਅנס, ਹਾਂ, ਪਰ ਚਲੋ ਗੁਰੂ ਮਹਾਰਾਜ ਭਲੀ ਕਰੂਗਾ ਜੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਫਿਲਹਾਲ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ। ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ ਵਾ